Hello students, today our topic is physical concept of corona, factors affecting corona, advantages and disadvantages of corona, and last one methods of reducing corona। ये जो ਅੱਜ ਦੇ ਸਾਡੇ ਟੌਪਿਕ ਹਨ, ਚਾਰ ਟੌਪਿਕ ਆਪਾਂ ਡਿਸਕਸ ਕਰਾਂਗੇ। ਹੁਣ ਤੱਕ ਜੋ ਪੜ੍ਹਿਆ ਉਹਦੇ ਤੋਂ ਬਾਅਦ ਇੱਕ ਇਫੈਕਟ ਹੈ ਜੋ ਸਾਡੀ ਟਰਾਂਸਮਿਸ਼ਨ ਲਾਈਨਸ ਦੇ ਵਿੱਚ ਦੇਖਣ ਨੂੰ ਮਿਲਦਾ, ਦੈਟ ਇਜ਼ ਕਾਲਡ ਕਰੋਨਾ। ਇਹਦੇ ਬਾਰੇ ਅੱਜ ਆਪਾਂ ਡਿਸਕਸ ਕਰਨਾ ਹੈਗਾ। ਕਰੋਨਾ ਇਫੈਕਟ ਕੀ ਆ? ਕਹਿੰਦਾ ਦ ਕਰੋਨਾ ਡਿਸਚਾਰਜ ਆਲਸੋ ਨੋਨ ਐਜ਼ ਦ ਕਰੋਨਾ ਇਫੈਕਟ is an electrical discharge caused by the ionization of a fluid or gas such as air surrounding a conductor that is electrically charged। ਕਹਿੰਦਾ ਜਦੋਂ ਵੀ ਕੋਈ ਇਲੈਕਟ੍ਰਿਕਲੀ ਚਾਰਜ ਜਿਹੜੀ ਗੈਸ ਹੁੰਦੀ ਹੈ, ਜੋ ਆਪਾਂ ਇਲੈਕਟ੍ਰੀਕਲੀ ਉਹਨੂੰ ਚਾਰਜ ਕਰ ਦਿੰਦੇ ਕਿਸੇ ਗੈਸ ਨੂੰ, ਜਾਂ ਗੈਸ ਦੇ ਵਿੱਚ ਫਲੂਇਡ ਵੀ ਜਾਂ ਗੈਸ ਵੀ, ਜਿੱਦਾਂ ਕਿ ਕੰਡਕਟਰ ਦੇ ਆਲੇ ਦੇ ਏਅਰ ਆ, ਜਦੋਂ ਇਲੈਕਟ੍ਰੀਕਲ ਚਾਰਜ ਹੁੰਦੀ ਆ ਤਾਂ ਜਿਹੜਾ ਇਲੈਕਟ੍ਰੀਕਲ ਡਿਸਚਾਰਜ ਆਇਓਨਾਈਜੇਸ਼ਨ ਕਰਕੇ ਹੁੰਦਾ, ਦੈਟ ਇਜ਼ ਕਾਲਡ ਕਰੋਨਾ ਇਫੈਕਟ। ਉਹਨੂੰ ਆਪਾਂ ਕਰੋਨਾ ਕਹਿੰਦੇ ਆ। ਕਹਿੰਦਾ ਦ ਕਰੋਨਾ ਇਫੈਕਟ ਵਿਲ ਅਕਰ ਇਨ ਹਾਈ ਵੋਲਟੇਜ ਸਿਸਟਮਸ। ਕਰੋਨਾ ਇਫੈਕਟ ਕਹਿੰਦਾ ਹਾਈ ਵੋਲਟੇਜ ਸਿਸਟਮ ਦੇ ਵਿੱਚ ਪੈਦਾ ਹੁੰਦਾ, ਅਨਲੈਸ ਸਫੀਸ਼ੀਐਂਟ ਕੇਅਰ ਇਜ਼ ਟੇਕਨ ਟੂ ਲਿਮਿਟ। ਮਤਲਬ ਕਹਿੰਦਾ ਆਪਾਂ ਇਹਨੂੰ ਰੋਕ ਸਕਦੇ ਹਾਂ ਜੇ ਆਪਾਂ ਸਫੀਸ਼ੀਐਂਟ ਲਿਮਿਟ ਦੇ ਵਿੱਚ ਰਹੀਏ, ਪਰ ਅਗਰ ਆਪਾਂ ਉਸ ਤੋਂ ਉੱਪਰ ਵੋਲਟੇਜ ਨੂੰ ਇਨਕਰੀਜ਼ ਕਰ ਦਿੰਦੇ ਹਾਂ, ਵੋਲਟੇਜ ਜ਼ਿਆਦਾ ਕਰ ਦਿੰਦੇ ਹਾਂ, ਤਾਂ ਕਰੋਨਾ ਇਫੈਕਟਸ ਜਿਹੜੇ ਆ ਉਹ ਆਉਣੇ ਸ਼ੁਰੂ ਹੋ ਜਾਂਦੇ ਆ। ਦ ਸਟਰੈਂਥ ਆਫ ਦ ਸਰਾਊਂਡਿੰਗ ਇਲੈਕਟ੍ਰਿਕ ਫੀਲਡ ਕੀ ਹੈ? ਦ ਕਰੋਨਾ ਇਫੈਕਟ ਵਿਲ ਅਕਰਜ਼ ਇਨ ਹਾਈ ਵੋਲਟੇਜ ਸਿਸਟਮ ਅਨਲੈਸ ਸਫੀਸ਼ੀਐਂਟ ਕੇਅਰ ਇਜ਼ ਟੇਕਨ ਟੂ ਲਿਮਿਟ ਦ ਸਟਰੈਂਥ ਆਫ ਦ ਸਰਾਊਂਡਿੰਗ ਇਲੈਕਟ੍ਰਿਕ ਫੀਲਡ। ਜਿਹੜਾ ਆਲੇ ਦੁਆਲੇ ਇਲੈਕਟ੍ਰਿਕ ਫੀਲਡ ਆ, ਜੇਕਰ ਆਪਾਂ ਨੂੰ ਲਿਮਿਟ ਦੇ ਵਿੱਚ ਰੱਖਾਂਗੇ ਤਾਂ ਕਰੋਨਾ ਇਫੈਕਟਸ ਨਹੀਂ ਕ੍ਰੀਏਟ ਹੋਣਗੇ, ਬਟ ਜਦੋਂ ਉਹਨੂੰ ਲਿਮਿਟ ਤੋਂ ਉੱਪਰ ਚੱਕ ਦਾਂਗੇ ਤਾਂ ਕਹਿੰਦਾ ਕਰੋਨਾ ਇਫੈਕਟਸ ਜਿਹੜੇ ਆ ਉਹ ਹੋਣੇ ਸ਼ੁਰੂ ਹੋ ਜਾਂਦੇ। ਅਤੇ ਉਹ ਕਿੱਦਾਂ ਲਿਮਿਟ ਤੋਂ ਉੱਪਰ ਕਦੋਂ ਜਾਣਗੇ? ਜਦੋਂ ਆਪਾਂ ਉਹਦੀ ਵੋਲਟੇਜ ਨੂੰ ਹਾਈ ਕਰਾਂਗੇ, ਕੰਡਕਟਰ ਦੀ ਵੋਲਟੇਜ ਨੂੰ ਹਾਈ ਕਰਾਂਗੇ। ਕਹਿੰਦਾ ਦੇ ਕਰੋਨਾ ਡਿਸਚਾਰਜ ਕੈਨ ਕਾਜ਼ ਐਨ ਆਡੀਬਲ ਹਿਜ਼ਿੰਗ ਔਰ ਕਰੈਕਿੰਗ ਨੋਇਸ। ਮਤਲਬ ਕਹਿੰਦਾ ਕਿ ਐਜ਼ ਇਟ ਆਇਓਨਾਈਜ਼ ਦਾ ਏਅਰ ਅਰਾਊਂਡ ਦਾ ਕੰਡਕਟਰ। ਕਹਿੰਦਾ ਕਿ ਜਦੋਂ ਏਅਰ ਕੰਡਕਟਰ ਦੇ ਆਲੇ ਦੁਆਲੇ ਏਅਰ ਜਿਹੜੇ ਅਨਾਈਜ਼ਡ ਹੁੰਦੀ ਆ, ਜਦੋਂ ਆਇਓਨਾਈਜ਼ਡ ਹੁੰਦੀ ਆ ਤਾਂ ਉਹਦੇ ਵਿੱਚ ਉਸ ਕੰਡਕਟਰ ਦੇ ਵਿੱਚੋਂ ਹਿਜ਼ਿੰਗ ਨੋਇਜ਼ ਹੁੰਦੀ ਆ। ਮਤਲਬ ਜਦੋਂ ਤੁਸੀਂ ਕਿਸੇ ਕੰਡਕਟਰ ਟਰਾਂਸਮਿਸ਼ਨ ਲਾਈਨ ਦੇ ਥੱਲੇ, ਖਾਸ ਤੌਰ 'ਤੇ ਰਾਤ ਨੂੰ ਜਾਂ ਹਨੇਰੀ ਵਾਲੇ ਦਿਨ ਜਦੋਂ ਬੱਦਲਵਾਈ ਹੋਈ ਹੋ, ਉਦੋਂ ਹਾਈ ਵੋਲਟੇਜ ਲਾਈਨਸ ਘੱਟੋ ਘੱਟ 132 kV ਦੀ ਲਾਈਨ ਦੇ ਥੱਲੇ ਨੂੰ ਤੁਸੀਂ ਲੰਘੋਗੇ ਤਾਂ ਤੁਹਾਨੂੰ ਉਹਦੇ ਵਿੱਚੋਂ ਇੱਦਾਂ ਲੱਗੇਗਾ ਜਿੱਦਾਂ ਨਾ ਕੋਈ ਆਵਾਜ਼ ਆ ਰਹੀ ਹੁੰਦੀ ਹੈ, ਹਿਜ਼ਿੰਗ ਨੋਇਜ਼, ਦੈਟ ਇਜ਼ ਹਿਜ਼ਿੰਗ ਨੋਇਜ਼। ਜਿਹੜੀ ਹਿਜ਼ਿੰਗ ਨੋਇਜ਼ ਆ ਕਹਿੰਦਾ ਦੈਟ ਇਜ਼ ਦਾ ਕਰੋਨਾ। ਕਹਿੰਦਾ ਦਿਸ ਇਜ਼ ਕਰੋਨਾ ਇਨ ਹਾਈ ਵੋਲਟੇਜ ਇਲੈਕਟ੍ਰਿਕ ਪਾਵਰ ਟਰਾਂਸਮਿਸ਼ਨ ਲਾਈਨਸ। ਮਤਲਬ ਹਾਈ ਵੋਲਟੇਜ ਦੀਆਂ ਲਾਈਨਸ ਦੇ ਵਿੱਚ ਹੀ ਸਿਰਫ ਹੁੰਦਾ, ਜਿੱਦਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ 132 kV 66 kV ਤੋਂ ਉੱਪਰ ਦੀਆਂ ਲਾਈਨਸ ਜਿਹੜੀਆਂ, ਉਹਨਾਂ ਦੇ ਵਿੱਚ ਕਰੋਨਾ ਇਫੈਕਟਸ ਕਈ ਵਾਰੀ ਦੇਖਣ ਨੂੰ ਮਿਲਦਾ। ਕਹਿੰਦਾ ਦਾ ਕਰੋਨਾ ਇਫੈਕਟ ਕੈਨ ਆਲਸੋ ਪ੍ਰੋਡਿਊਸਡ ਏ ਵਾਇਲਟ ਗਲੋ। ਮਤਲਬ ਵਾਇਲਟ ਕਲਰ ਦੀ ਜਿਹੜੀ ਲਾਈਟ ਜੀ ਤੁਹਾਨੂੰ ਦਿਖੂਗੀ ਕੰਡਕਟਰ ਦੇ ਆਲੇ ਦੁਆਲੇ। ਪ੍ਰੋਡਕਸ਼ਨ ਆਫ ਓਜ਼ੋਨ ਗੈਸ, ਇਹ ਦਿਖਦੀ ਨਹੀਂ ਬਟ ਓਜ਼ੋਨ ਗੈਸ ਪ੍ਰੋਡਿਊਸ ਹੋ ਜਾਂਦੀ ਹੈ ਕਹਿੰਦਾ ਅਰਾਊਂਡ ਦਾ ਕੰਡਕਟਰ। ਰੇਡੀਓ ਇੰਟਰਫੇਰੈਂਸ ਮੀਨਸ ਜਿਹੜੇ ਰੇਡੀਓ ਸਿਗਨਲਸ ਨੇ, ਅਗਰ ਉਹਦੇ ਲਾਗੇ ਦੀ ਕੋਈ ਰੇਡੀਓ ਵੇਵਜ਼ ਲੰਘਦੀਆਂ ਹੈਗੀਆਂ ਤਾਂ ਉਹਨੂੰ ਆ ਦੇਖੋ। ਹੁਣ ਤੁਸੀਂ ਇੱਕ ਡਾਇਗਰਾਮ ਦੇਖੋ, ਇਹ ਪਿਕ ਲਈ ਹੋਈ ਹੈ ਕਿਸੇ ਟਰਾਂਸਮਿਸ਼ਨ ਲਾਈਨ ਦੀ। ਇਹਦੇ ਵਿੱਚ ਦੇਖੋ ਕੰਡਕਟਰਸ ਵੀ ਜਿਹੜੇ ਲੱਗੇ, ਇੰਸੂਲੇਟਰਸ ਜਿਹੜੇ ਲੱਗੇ ਆ ਉਹ ਵੀ ਦਿਖਾਈ ਦੇ ਰਹੇ ਆ। ਦੇਖੋ ਦੈਟ ਆਰ ਦਾ ਸਟੇਨ ਟਾਈਪ ਇੰਸੂਲੇਟਰਸ। ਅਤੇ ਉਹਦੇ ਸਾਈਡਾਂ 'ਤੇ ਦੇਖੋ ਗਾਰਡ ਰਿੰਗਸ ਵੀ ਲੱਗੀਆਂ ਹੋਈਆਂ, ਕੰਡਕਟਰ ਵੀ ਦਿਖਾਈ ਦੇ ਰਿਹਾ, ਜੰਪਰ ਵੀ ਦਿਖਾਈ ਦੇ ਰਿਹਾ, ਮਤਲਬ ਇੱਕ ਕੰਜੰਕਸ਼ਨ ਜਿਹਾ ਦਿਖਾਈ ਦੇ ਰਿਹਾ। ਤਾਂ ਉਹਦੇ ਆਲੇ ਦੁਆਲੇ ਦੇਖੋ ਇੱਕ ਗਲੋ ਲਾਈਟਸ ਜਿਹੜੀਆਂ ਦਿਖਦੀਆਂ ਪਈਆਂ, ਸ਼ਾਇਦ ਤੁਹਾਨੂੰ ਵਾਇਲਟ ਗਲੋ ਦਾ ਘੇਰਾ ਜਿਹਾ ਦਿਖ ਰਿਹਾ, ਦੈਟ ਇਜ਼ ਦਾ ਕਰੋਨਾ ਇਫੈਕਟ। ਇਹਨੂੰ ਅਗਰ ਆਪਾਂ ਰਾਤ ਵੇਲੇ ਕਿਸੇ ਵੇਲੇ ਕਈ ਵਾਰ ਤੁਹਾਨੂੰ ਮੌਕਾ ਮਿਲੇ ਕਿਸੇ ਲਾਈਨ ਦੇ ਲਾਗੇ ਤਾਂ ਨਹੀਂ, ਥੋੜ੍ਹੇ ਬੱਦਲਵਾਈ ਹੋਵੇ, ਧੂੜ ਹਨੇਰੀ ਜਿਹੀ ਚੱਲਦੀ ਹੋਵੇ, ਤਾਂ ਮਿੱਟੀ ਉੱਡਦੀ ਹੋਵੇ, ਤਾਂ ਉਦੋਂ ਹਾਈ ਵੋਲਟੇਜ ਲਾਈਨਸ ਦੇ ਲਾਗੇ ਲੰਘੋ ਤਾਂ ਤੁਸੀਂ ਕਈ ਵਾਰ ਤੁਹਾਨੂੰ ਇਹ ਚੀਜ਼ ਦੇਖਣ ਨੂੰ ਮਿਲੂਗੀ। ਐਂਡ ਦਿਸ ਇਜ਼ ਕਾਲਡ ਕਰੋਨਾ ਇਫੈਕਟ। ਇਹ ਕਰੋਨਾ ਇਫੈਕਟ ਹੁੰਦਾ ਹੈਗਾ ਡਾਇਗਰਾਮ 'ਚ ਜਿੱਦਾਂ ਤੁਸੀਂ ਦੇਖ ਰਹੇ ਹੈਗੇ ਹੋ। ਇਹਦੇ ਵਿੱਚ ਕੀ ਕਹਿ ਰਿਹਾ ਦੇਖੋ, ਕਹਿੰਦਾ ਦਾ ਇਲੈਕਟ੍ਰੀਕਲ ਟਰਾਂਸਮਿਸ਼ਨ ਲਾਈਨਸ ਡੀਲਸ ਵਿਦ ਦਾ ਬਲਕ ਟਰਾਂਸਫਰ ਆਫ ਇਲੈਕਟ੍ਰਿਕ ਐਨਰਜੀ। ਮਤਲਬ ਜਿਹੜੀਆਂ ਆਪਾਂ ਇਲੈਕਟ੍ਰੀਕਲ ਟਰਾਂਸਮਿਸ਼ਨ ਲਾਈਨਸ ਵਿਛਾਉਂਦੇ ਹੈਗੇ ਆ, ਬੇਸਿਕਲੀ ਉਹਨਾਂ ਕਿਸ ਚੀਜ਼ ਨੂੰ ਡੀਲ ਕਰਦੀਆਂ? ਬਲਕ ਟਰਾਂਸਫਰ ਆਫ ਇਲੈਕਟ੍ਰੀਕਲ ਐਨਰਜੀ ਫਰੋਮ ਜਨਰੇਟਿੰਗ ਸਟੇਸ਼ਨ ਸਿਚੁਏਟਡ ਮੈਨੀ ਕਿਲੋਮੀਟਰ ਅਵੇ ਫਰੋਮ ਦਾ ਮੇਨ ਕੰਜ਼ੰਪਸ਼ਨ ਸੈਂਟਰਸ ਔਰ ਦਾ ਸਿਟੀਜ਼। ਕਹਿੰਦਾ ਮਤਲਬ ਜਿਹੜੀਆਂ ਸਾਡੀਆਂ ਟਰਾਂਸਮਿਸ਼ਨ ਲਾਈਨਸ ਆ, ਐਨਰਜੀ ਟਰਾਂਸਫਰ ਕਰਦੀਆਂ, ਇਲੈਕਟ੍ਰਿਕ ਐਨਰਜੀ ਟਰਾਂਸਫਰ ਕਰਦੀਆਂ ਫਰੋਮ ਜਨਰੇਟਿੰਗ ਸਟੇਸ਼ਨ ਟੂ ਕੰਜ਼ਿਊਮਰ ਸੈਂਟਰ ਜਾਂ ਸਿਟੀਜ਼। ਜਿਹੜੇ ਕਿ ਜਨਰੇਟਿੰਗ ਸਟੇਸ਼ਨ ਕਿੱਥੇ ਬਹੁਤ ਕਿਲੋਮੀਟਰਸ ਦੇ ਹਿਸਾਬ ਨਾਲ ਦੂਰ ਜਿਹੜੇ ਆ
ਹੁੰਦੇ ਹੈਗੇ। ਜਿੱਦਾਂ ਆਪਾਂ ਕੋਈ ਜਿੱਦਾਂ ਹਾਈਡਰੋ ਪਾਵਰ ਸਟੇਸ਼ਨ ਲੈ ਲਈਏ, ਮਤਲਬ ਆਪਾਂ ਆਪਣੇ ਸਟੇਸ਼ਨ ਜਲੰਧਰ ਮਤਲਬ ਜਾਂ ਕਿਤੇ ਫਗਵਾੜੇ ਵਗੈਰਾ ਬੈਠੇ ਹੈਗੇ ਆ, ਤਾਂ ਇੱਥੋਂ ਆਪਾਂ ਜੇ ਹਾਈਡਰੋ ਪਾਵਰ ਸਟੇਸ਼ਨ ਦੀ ਗੱਲ ਕਰੀਏ, ਸਾਡਾ ਨੀਅਰੈਸਟ ਹਾਈਡਰੋ ਪਾਵਰ ਸਟੇਸ਼ਨ ਜਿਹੜਾ ਉਹ ਹੈਗਾ ਭਾਖੜਾ। ਹੁਣ ਜੇ ਅਗਰ ਭਾਖੜੇ ਦੀ ਗੱਲ ਕਰੀਏ ਤਾਂ ਭਾਖੜਾ ਘੱਟੋ ਘੱਟ 100 ਕਿਲੋਮੀਟਰ 'ਤੇ ਫਗਵਾੜੇ ਤੋਂ ਬਣਦਾ ਹੈਗਾ, ਘੱਟੋ ਘੱਟ ਮਿਨੀਮਮ। ਹੁਣ 100 ਕਿਲੋਮੀਟਰ ਦੀ ਲਾਈਨ ਤੋਂ ਫਗਵਾੜੇ ਅਗਰ ਆਪਾਂ ਲਾਈਨ ਲੈ ਕੇ ਆਉਣੀ ਹੋਵੇ, ਸਪਲਾਈ ਲੈ ਕੇ ਆਉਣੀ, ਤਾਂ ਸਾਨੂੰ ਟਰਾਂਸਮਿਸ਼ਨ ਲਾਈਨਸ ਦੇ ਥਰੂ ਹੈਵੀ ਵੋਲਟੇਜ ਦੇ ਨਾਲ ਉਹ ਜਿਹੜੀ ਆ ਪਾਵਰ ਜਿਹੜੀ ਇੱਥੇ ਟਰਾਂਸਫਰ ਕਰਨੀ ਪਊਗੀ। ਕਹਿੰਦਾ ਫॉर ਦਿਸ ਰੀਜ਼ਨ ਦ ਲੌਂਗ ਡਿਸਟੈਂਸ ਟਰਾਂਸਮਿਸ਼ਨ ਕੰਡਕਟਰਸ ਆਰ ਆਫ utmost necessity for effective power transfer which evidently results in huge losses across the system। ਹੁਣ ਇੰਨੀ ਹਾਈ ਪਾਵਰ ਟਰਾਂਸਮਿਸ਼ਨ ਆਪਾਂ ਪਾਵਰ ਜਿਹੜੀ ਟਰਾਂਸਫਰ ਕਰਨੀ ਹੈਗੀ ਤਾਂ ਨੈਚੁਰਲ ਕਹਿੰਦਾ ਉਹਦੇ ਵਿੱਚ ਜਿਹੜੇ ਲੌਸਿਸ ਵੀ ਹੋਣਗੇ। ਇਹਨਾਂ ਲੌਸਿਸ ਦੇ ਨਾਲ ਹੀ ਕਹਿੰਦਾ the minimizing these energy losses has been a major challenge for the power engineers। ਹੁਣ ਸਭ ਤੋਂ ਵੱਡੀ ਪ੍ਰੋਬਲਮ ਜਿਹੜੀ ਸਾਡੀ ਇਲੈਕਟ੍ਰੀਕਲ ਟਰਾਂਸਮਿਸ਼ਨ ਜਾਂ ਡਿਸਟ੍ਰੀਬਿਊਸ਼ਨ ਦੇ ਵਿੱਚ ਹੈਗੀ ਆ, ਉਹ ਸਾਰੀ ਪ੍ਰੋਬਲਮ ਹੈਗੀ ਆ ਲੌਸਿਸ ਦੀ, ਕਿ ਸਾਡੇ ਲੌਸਿਸ ਜਿਹੜੇ ਆ ਬਹੁਤ ਹੋ ਜਾਂਦੇ ਆ। ਤਕਰੀਬਨ 30% ਜਿਹੜੇ ਲੌਸਿਸ ਆ, ਐਨਰਜੀ ਲੌਸਿਸ ਜਿਹੜੇ ਆ ਸਾਡੀਆਂ ਇੰਡੀਆ ਦੇ ਲਾਈਨਸ ਦੇ ਵਿੱਚ ਹੋ ਜਾਂਦੇ ਹੈਗੇ ਆ। ਕਹਿੰਦਾ ਦ ਕਰੋਨਾ ਡਿਸਚਾਰਜ ਕੈਨ ਸਿਗਨੀਫਿਕੈਂਟਲੀ ਰਿਡਿਊਸ ਦ ਐਫੀਸ਼ੀਐਂਸੀ ਆਫ extra high voltage lines in power system। ਕੀ ਕਹਿੰਦਾ ਕਰੋਨਾ ਡਿਸਚਾਰਜ ਕੈਨ ਸਿਗਨੀਫਿਕੈਂਟਲੀ ਰਿਡਿਊਸਡ ਦ ਐਫੀਸ਼ੀਐਂਸੀ। ਕੀ ਕਰਦਾ ਐਫੀਸ਼ੀਐਂਸੀ ਨੂੰ ਰਿਡਿਊਸ ਕਰਦਾ ਕਿ ਕਰੋਨਾ ਇਫੈਕਟ। ਕਿਉਂਕਿ ਆਪਾਂ ਪਹਿਲਾਂ ਪੜ੍ਹਿਆ ਕਿ ਕਰੋਨਾ ਇਫੈਕਟ ਐਕਚੁਅਲ ਕੀ ਆ, ਲੌਸਿਸ ਨੇ। ਲੌਸਿਸ ਇਨ ਦਾ ਫਾਰਮ ਆਫ ਹੀਜ਼ਿੰਗ ਨੋਇਜ਼, ਵਾਇਲਟ ਗਲੋ ਕਲਰ ਐਕਸੈਕਟਰਾ। ਜਿਹੜੇ ਇਹ ਲੌਸਿਸ ਹੁੰਦੇ ਆ, ਇਹ ਲੌਸਿਸ ਨੈਚੁਰਲ ਆ ਕਿ ਸਾਡੀ ਲਾਈਨ ਦੀ ਐਫੀਸ਼ੀਐਂਸੀ ਨੂੰ ਜਿਹੜਾ ਉਹ ਹੈਵੀ ਵੋਲਟੇਜ ਜਿਹੜੀ ਹਾਈ ਵੋਲਟੇਜ ਐਕਸਟਰਾ ਹਾਈ ਵੋਲਟੇਜ ਲਾਈਨ ਆ ਉਹਨੂੰ ਆਪਣੀ ਫ੍ਰੀਕੁਐਂਸੀ ਨੂੰ ਜਿਹੜਾ ਉਹ ਡਿਕਰੀਜ਼ ਕਰ ਦਿੰਦੇ, ਘਟਾ ਦਿੰਦੇ ਹੈਗੇ ਆ ਕਰੋਨਾ ਇਫੈਕਟਸ ਜਿਹੜੇ ਹੈਗੇ ਆ। ਹੁਣ ਟੌਪਿਕ ਹੈ ਦ ਫੈਕਟਰਸ। 2 ਫੈਕਟਰਸ ਆਰ ਇੰਪੋਰਟੈਂਟ ਫॉर ਕਰੋਨਾ ਡਿਸਚਾਰਜ ਟੂ ਅਕਰ। ਕਿਹੜੇ ਆ? ਨੰਬਰ 1, ਆਲਟਰਨੇਟਿੰਗ ਇਲੈਕਟ੍ਰੀਕਲ ਪੋਟੈਂਸ਼ੀਅਲ ਡਿਫਰੈਂਸ ਮਸਟ ਬੀ ਸਪਲਾਈਡ ਅਕਰੋਸ ਦਾ ਲਾਈਨ। ਜਿਹੜਾ ਆਪਾਂ ਪੋਟੈਂਸ਼ੀਅਲ ਡਿਫਰੈਂਸ ਦਿੰਦੇ ਹਾਂ, ਵੋਲਟੇਜ ਦਿੰਦੇ ਹਾਂ, ਉਹ ਇਫੈਕਟ ਕਰਦੀ ਆ ਕਿੰਨੀ ਵੋਲਟੇਜ ਆਪਾਂ ਦੇ ਰਹੇ ਹਾਂ, ਉਸ ਚੀਜ਼ 'ਤੇ ਡਿਪੈਂਡ ਕਰਦੇ ਸਾਡੇ ਕਰੋਨਾ ਇਫੈਕਟਸ। ਦੂਜਾ ਹੈ ਦ ਸਪੇਸਿੰਗ ਆਫ ਦ ਕੰਡਕਟਰਸ ਮਸਟ ਬੀ ਲਾਰਜ ਇਨਫ ਕੰਪੇਅਰ ਟੂ ਦ ਲਾਈਨ ਡਾਇਆਮੀਟਰ। ਤਾਂ ਦੂਜਾ ਜਿਹੜਾ ਫੈਕਟਰ ਅਗਰ ਆਪਾਂ ਇਫੈਕਟ ਕੀਤਾ ਹੈ, ਦੈਟ ਇਜ਼ ਦ ਡਿਸਟੈਂਸ ਬਿਟਵੀਨ ਦ ਕੰਡਕਟਰ ਸਪੇਸਿੰਗ। ਜਿਹਨੂੰ ਆਪਾਂ ਕਹਿੰਦੇ ਹਾਂ ਇੱਕ ਕੰਡਕਟਰ ਤੋਂ ਦੂਜੇ ਕੰਡਕਟਰ ਤੱਕ ਕਿੰਨੀ ਸਪੇਸਿੰਗ ਦਿੱਤੀ ਆ, ਕਿੰਨੀ ਆਪਾਂ ਉਹਨੂੰ ਦੂਰ ਰੱਖਿਆ ਇੱਕ ਦੂਜੇ ਤੋਂ। ਇਹ ਦੋਨੇ ਚੀਜ਼ਾਂ ਜਿਹੜੀਆਂ ਡਿਪੈਂਡ ਕਰਦੀਆਂ ਹੈਗੀਆਂ ਕਰੋਨਾ ਨੂੰ ਜਿਹੜੀਆਂ ਇਫੈਕਟ ਕਰਦੀਆਂ ਹੈਗੀਆਂ। ਪਹਿਲੇ ਕਹਿੰਦਾ ਵੈਨ ਐਨ ਆਲਟਰਨੇਟ ਕਰੰਟ ਇਜ਼ ਮੇਡ ਟੂ ਫਲੋ ਅਕਰੋਸ 2 ਕੰਡਕਟਰਸ ਆਫ ਦ ਟਰਾਂਸਮਿਸ਼ਨ ਲਾਈਨ ਹੂਜ਼ ਸਪੇਸਿੰਗ ਇਜ਼ ਲਾਰਜ ਕੰਪੇਅਰ ਟੂ ਦੇਅਰ ਡਾਇਆਮੀਟਰਸ ਦ ਏਅਰ ਸਰਾਊਂਡਿੰਗ ਦ ਕੰਡਕਟਰਸ composed of ions is subject to dielectric stress। ਹੁਣ ਕੀ ਕਹਿੰਦਾ ਕਿ ਅਗਰ ਆਪਾਂ ਇੱਕ ਟਰਾਂਸਮਿਸ਼ਨ ਲਾਈਨ ਦੇ 2 ਕੰਡਕਟਰ ਦੇ ਵਿੱਚ ਕਰੰਟ ਪਾਸ ਕਰਨਾ, ਜਦੋਂ ਵੋਲਟੇਜ ਦੇ ਕੇ ਕਰੰਟ ਪਾਸ ਹੋਏਗਾ, ਕਦੋਂ ਕਿ ਕੰਡੀਸ਼ਨ ਕੀ ਦਿੱਤੀ ਆ, ਕਹਿੰਦਾ ਹੂਜ਼ ਸਪੇਸਿੰਗ ਇਜ਼ ਲਾਰਜ ਕੰਪੇਅਰ ਟੂ ਦੇਅਰ ਡਾਇਆਮੀਟਰ। ਉਹਨਾਂ ਦੇ ਡਾਇਆਮੀਟਰ ਨਾਲੋਂ ਉਹਨਾਂ ਦੀ ਜਿਹੜੀ ਕੰਡਕਟਰ ਦੀ ਇਨ ਬਿਟਵੀਨ ਸਪੇਸਿੰਗ ਆ ਉਹ ਕਹਿੰਦਾ ਬਹੁਤ ਜ਼ਿਆਦਾ ਹੋਣੀ ਚਾਹੀਦੀ ਹੈ ਡਾਇਆਮੀਟਰ ਨਾਲੋਂ। ਤਾਂ ਕਹਿੰਦਾ ਦੈਨ ਦ ਏਅਰ ਸਰਾਊਂਡਿੰਗ ਦ ਕੰਡਕਟਰਸ ਕੰਪੋਜ਼ਡ ਆਫ ਆਇਨਸ, ਜਿਹੜੇ ਕਿ ਆਇਨਸ ਦੇ ਵਿੱਚ ਬਣੀ ਹੋਈ ਹੈ ਜਿਹੜੀ ਆਲੇ ਦੁਆਲੇ ਉਹਦੇ ਚੱਲ ਰਹੇ ਹੈਗੇ ਕੰਡਕਟਰ ਦੇ, ਉਹ ਕਹਿੰਦਾ ਸਬਜੈਕਟ ਟੂ ਡਾਈਇਲੈਕਟ੍ਰਿਕ ਸਟ੍ਰੈਸਿਸ। ਉਹਦੇ ਵਿੱਚ ਡਾਈਇਲੈਕਟ੍ਰਿਕ ਸਟ੍ਰੈਸਿਸ ਜਿਹੜੀਆਂ ਉਹ ਕ੍ਰੀਏਟ ਹੋ ਜਾਂਦੀਆਂ ਕਦੋਂ? ਜਦੋਂ ਕੰਡਕਟਰਸ ਦਾ ਡਾਇਆਮੀਟਰ ਸਪੇਸਿੰਗ ਬਿਟਵੀਨ ਦ ਕੰਡਕਟਰਸ ਇਜ਼ ਮੋਰ ਲਾਰਜ ਦੈਨ ਦ ਡਾਇਆਮੀਟਰ ਆਫ ਦ ਕੰਡਕਟਰ। ਉਦੋਂ ਕਹਿੰਦਾ ਜਿਹੜੇ ਉਹਦੇ ਆਲੇ ਦੁਆਲੇ ਸਰਾਊਂਡਿੰਗਸ ਦੇ ਵਿੱਚ ਏਅਰ ਹੈਗੀ ਆ ਉਹ ਆਇਓਨਾਈਜ਼ਡ ਹੋ ਕੇ ਉਹ ਡਾਈਇਲੈਕਟ੍ਰਿਕ ਸਟ੍ਰੈਸ ਪ੍ਰੋਡਿਊਸ ਕਰਦੀ ਹੈ, ਦੈਟ ਇਜ਼ ਕਨਵਰਟਡ ਇਨਟੂ ਕਰੋਨਾ। ਉਹੀ ਕਰੋਨਾ ਬਣ ਜਾਂਦੀ ਆ। ਐਟ ਲੋ ਵੈਲਿਊ ਆਫ ਦ ਸਪਲਾਈ ਵੋਲਟੇਜ ਨਥਿੰਗ ਅਕਰਸ ਐਜ਼ ਦ ਸਟ੍ਰੈਸ ਇਜ਼ ਟੂ ਸਮਾਲ ਟੂ ਆਇਓਨਾਈਜ਼ ਦ ਏਅਰ ਆਊਟਸਾਈਡ। ਹੁਣ ਕਹਿੰਦਾ ਕਿ ਜਦੋਂ ਤਾਂ ਲੋ ਵੋਲਟੇਜ ਘੱਟ ਹੈਗੀ ਆ, ਉਦੋਂ ਜਿਹੜੀ ਏਅਰ ਆਲੇ ਦੁਆਲੇ ਦੀ ਜਿਹੜੀ ਉਹ ਇੰਨੀ ਆਇਓਨਾਈਜ਼ਡ ਹੁੰਦੀ ਆ, ਬਟ ਇੰਨੀ ਉੱਤੇ ਸਟ੍ਰੈਸ ਨਹੀਂ ਬਣਦੀ ਹੈਗੀ, ਇਸ ਕਰਕੇ ਕਰੋਨਾ ਇਫੈਕਟਸ ਨਹੀਂ ਬਣਦੇ। ਬਟ ਵੈਨ ਦਾ ਪੋਟੈਂਸ਼ੀਅਲ ਡਿਫਰੈਂਸ ਕਰੀਜ਼ ਬਿਯੋਂਡ ਸਮ ਥ੍ਰੈਸ਼ਹੋਲਡ ਵੈਲਿਊ ਕਿਹੜੀ ਨੋਨ ਐਜ਼ ਦਾ ਕ੍ਰਿਟੀਕਲ ਡਿਸਰਪਟਡ ਵੋਲਟੇਜ। ਮਤਲਬ ਇੱਕ ਐਸੀ ਵੋਲਟੇਜ ਜਦੋਂ ਕਿ ਸਾਡੇ ਇਨ ਬਿਟਵੀਨ ਜਿਹੜਾ ਆ ਉਹ ਕੰਡਕਟਰ ਦੇ ਵਿੱਚ ਜਿਹੜਾ ਮੀਡੀਅਮ ਹੈ, ਜਿਹੜਾ ਜਿਹਨੂੰ ਆਪਾਂ ਕਹਿੰਦੇ ਆ ਡਾਈਇਲੈਕਟ੍ਰਿਕ ਮੀਡੀਅਮ, ਦੈਟ ਇਜ਼ ਏਅਰ ਜਿਹੜੀ ਆ ਉਹ ਇੱਕ ਥ੍ਰੈਸ਼ਹੋਲਡ ਵੈਲਿਊ 'ਤੇ ਚੱਲ ਜਾਂਦੀ ਹੈਗੀ ਆ, ਉਹਦੀ ਜਿਹੜੀ ਸਟ੍ਰੈਸ ਆ ਉਦੋਂ ਤੱਕ ਇਹ ਜਿਹੜੀ ਆ ਵੋਲਟੇਜ ਰਹਿੰਦੀ ਠੀਕ ਆ। ਲੇਕਿਨ ਜਦੋਂ ਉਸ ਕੰਡੀਸ਼ਨ 'ਚ ਪਹੁੰਚ ਜਾਂਦੀ ਆ ਤਾਂ ਉਦੋਂ ਇਹ ਜਿਹੜੇ ਆ ਕਰੋਨਾ ਇਫੈਕਟਸ ਜਿਹੜੇ ਆ ਕ੍ਰੀਏਟ ਹੋਣੇ ਸ਼ੁਰੂ ਹੋ ਜਾਂਦੇ ਆ। ਦਾ ਕਹਿੰਦਾ ਦ ਫੀਲਡ ਸਟਰੈਂਥ ਬਿਕਮ ਸਟਰੋਂਗ ਐਨਫ ਫॉर ਦ ਏਅਰ ਸਰਾਊਂਡਿੰਗ ਦ ਕੰਡਕਟਰ ਟੂ ਡਿਸੋਸੀਏਟਡ ਇਨਟੂ ਆਇਨਸ। ਕਹਿੰਦਾ ਹੁਣ ਜਦੋਂ ਆਪਾਂ ਇੰਨੀ ਜ਼ਿਆਦਾ ਵੋਲਟੇਜ ਹਾਈ ਕਰ ਦਿੱਤੀ ਕਿ ਉਹ ਥ੍ਰੈਸ਼ਹੋਲਡ ਵੈਲਿਊ ਦੇ ਵਿੱਚ ਪਹੁੰਚ ਗਈ, ਫਿਰ ਕਹਿੰਦਾ ਦ ਫੀਲਡ ਸਟਰੈਂਥ ਬਿਕਮ ਸਟਰੋਂਗ ਐਨਫ ਫॉर ਦ ਏਅਰ ਸਰਾਊਂਡਿੰਗ ਦ ਕੰਡਕਟਰਸ ਟੂ ਡਿਸੋਸੀਏਟਡ ਇਨਟੂ ਆਇਨਸ। ਹੁਣ ਜਿਹੜੇ ਉਹਦੇ ਆਲੇ ਦੁਆਲੇ ਜਿਹੜੇ ਏਅਰਸ ਆ ਉਹਦੇ ਜਿਹੜੇ
ਜਿਹੜੇ ਸਰਾਊਂਡਿੰਗਸ ਹੈਗੀਆਂ ਸਟਰੈਂਥ ਹੈਗੀ ਆ ਜਿਹੜੀ ਉਹਦੀ ਉਹ ਆਇਓਨਾਈਜੇਸ਼ਨ ਦੇ ਵਿੱਚ ਹੋਣੀ ਸ਼ੁਰੂ ਹੋ ਗਈ, ਮੇਕਿੰਗ ਇਟ ਕੰਡਕਟਿਵ। ਜਦੋਂ ਆਇਨਸ ਬਣ ਜਾਂਦੇ ਆ ਕੋਈ ਵੀ 에ਅਰ ਆ ਜਿਹੜੀ ਡਾਈਲੈਕਟਿਕ ਸਟਰੈਂਥ ਹੈਗੀ ਆ, ਕੋਈ ਵੀ ਮਤਲਬ ਕਿਸੇ ਚੀਜ਼ ਦੀ ਡਾਈਲੈਕਟਿਕ ਵੈਲਿਊ ਜਿਹੜੀ ਆ ਉਦੋਂ ਖਤਮ ਹੋ ਜਾਂਦੀ ਆ ਜਦੋਂ ਉਹਦੇ ਵਿੱਚ ਉਹ ਜਿਹੜੀ ਉਹਦੀ ਆਇਓਨਾਈਜੇਸ਼ਨ ਹੋਣੀ ਸ਼ੁਰੂ ਹੋ ਜਾਂਦੀ। ਆਇਓਨਾਈਜੇਸ਼ਨ ਜਦੋਂ ਹੁੰਦੀ ਹੈ ਤਾਂ ਉਹ ਜਿਹੜਾ ਮਤਲਬ ਉਹਨੂੰ ਆਪਾਂ ਕਹਿੰਦੇ ਆ ਕਿ ਇੰਸੂਲੇਟਡ ਮਟੀਰੀਅਲ ਜਿਹੜਾ ਹੈ ਉਹ ਕੰਡਕਟਿੰਗ ਮਟੀਰੀਅਲ ਦੇ ਵਿੱਚ ਕਨਵਰਟ ਹੋ ਜਾਂਦਾ। ਉਹੀ ਮਤਲਬ 에ਅਰ ਪਹਿਲਾਂ ਇੰਸੂਲੇਟਿੰਗ ਸੀਗੀ ਕਿਉਂਕਿ ਤਾਂ ਹੀ 에ਅਰ ਦੇ ਵਿੱਚੋਂ ਦੀ ਕਰੰਟ ਪਾਸ ਨਹੀਂ ਹੋ ਰਿਹਾ, ਇਸ ਕਰਕੇ ਆਪਾਂ ਕਹਿੰਦੇ ਆ ਵੀ ਉਹਦੇ ਵਿੱਚ ਡਾਈਲੈਕਟਿਕ ਮਟੀਰੀਅਲ ਕਿਹੜਾ 에ਅਰ ਜਿਹੜਾ ਕਿ ਸਾਡੇ ਕੰਡਕਟਰ ਨੂੰ ਦੂਜੇ ਕੰਡਕਟਰ ਤੋਂ ਸ਼ਾਰਟ ਨਹੀਂ ਹੋਣ ਦੇਣ ਡਿਆ। ਬਟ ਉਹ ਜਿਹੜੀ 에ਅਰ ਆ ਇੱਕ ਪਰਟੀਕੂਲਰ ਵੈਲਿਊ 'ਤੇ ਜਾ ਕੇ ਜਿਹਨੂੰ ਆਪਾਂ ਥਰਸਟ ਲੋਡ ਵੈਲਿਊ ਕਹਿੰਦੇ ਆ, ਉਸ ਵੈਲਿਊ 'ਚ ਜਾ ਕੇ ਵੋਲਟੇਜ ਜਦੋਂ ਆਪਾਂ ਉੱਥੇ ਤੱਕ ਲੈ ਜਾਂਦੇ ਆ ਤਾਂ ਉਹ 에ਅਰ ਜਿਹੜੀ ਆ ਉਹ ਆਇਓਨਾਈਜੇਸ਼ਨ 'ਚ ਕਨਵਰਟ ਹੋਣੀ ਸ਼ੁਰੂ ਹੋ ਜਾਂਦੀ ਆ। ਤਾਂ ਉਹ ਕਰਦੀ ਆ ਮੇਕਿੰਗ ਇਨ ਕੰਡਕਟਿਵ, ਤਾਂ ਉਹਨੂੰ ਕੰਡਕਟਿਵ ਬਣਾ ਦਿੰਦੀ ਹੈਗੀ ਆ। ਐਂਡ ਦਿਸ ਕ੍ਰਿਟੀਕਲ ਡਿਸਰਪਟਿਵ ਵੋਲਟੇਜ ਅਕਰ ਐਟ ਅਪਰੋਕਸੀਮੇਟਲੀ 30 ਕਿਲੋ ਵੋਲਟਸ, ਮਤਲਬ ਕਹਿੰਦਾ ਤਕਰੀਬਨ 33 kV ਦੀਆਂ ਲਾਈਨਸ ਜਿਹੜੀਆਂ ਆ ਉੱਥੇ ਜਾ ਕੇ ਵੋਲਟੇਜ ਜਿਹੜੀ ਆ ਥ੍ਰੈਸ਼ਹੋਲਡ ਵੋਲਟੇਜ ਬਣ ਜਾਂਦੀ ਆ। ਤਾਂ ਉਸ ਕੰਡੀਸ਼ਨ ਦੇ ਵਿੱਚ 33 kV ਤੋਂ ਉੱਪਰ ਜਾ ਕੇ ਇਹ ਜਿਹੜੀਆਂ ਸਾਡੇ ਕਰੋਨਾ ਇਫੈਕਟਸ ਜਿਹੜੇ ਆ ਜਨਰੇਟ ਹੋਣੇ ਸ਼ੁਰੂ ਹੋ ਜਾਂਦੇ ਆ। ਮਤਲਬ ਜਿਹੜੀ 에ਅਰ ਸਰਾਊਂਡਿੰਗ ਦਾ ਕੰਡਕਟਰਸ ਆ ਉਹ ਆਇਓਨਾਈਜੇਸ਼ਨ ਹੋਣੀ ਸ਼ੁਰੂ ਹੋ ਜਾਂਦੀ। ਡਿਊ ਟੂ ਦੈਟ ਆਇਓਨਾਈਜੇਸ਼ਨ ਉਹਨਾਂ 'ਚ ਸਟ੍ਰੈਸਿਸ ਪੈਦਾ ਹੋ ਜਾਂਦੀਆਂ। ਡਿਊ ਟੂ ਦੈਟ ਇਲੈਕਟ੍ਰੋਸਟ੍ਰੈਸਿਸ ਜਿਹੜੀਆਂ ਡਾਈਲੈਕਟਿਕ ਸਟ੍ਰੈਸਿਸ ਜਿਹੜੀਆਂ ਬਣਦੀਆਂ ਆ ਉਹਨਾਂ ਡਾਈਲੈਕਟਿਕ ਸਟ੍ਰੈਸਿਸ ਕਰਕੇ ਹੀ ਸਾਡਾ ਜਿਹੜਾ ਕਰੋਨਾ ਇਫੈਕਟ ਉਹ ਕ੍ਰੀਏਟ ਹੋ ਜਾਂਦਾ ਹੈਗਾ। ਕੀ ਕਹਿੰਦਾ ਦਾ ਆਇਓਨਾਈਜ਼ਡ 에ਅਰ ਰਿਜ਼ਲਟਸ ਇਨ ਇਲੈਕਟ੍ਰਿਕ ਡਿਸਚਾਰਜ ਅਰਾਊਂਡ ਦਾ ਕੰਡਕਟਰਸ ਡਿਊ ਟੂ ਦਾ ਫਲੋ ਆਫ ਥੀਸ ਆਇਨਸ। ਕਹਿੰਦਾ ਜਿਹੜੇ ਹੁਣ ਆਇਓਨਾਈਜੇਸ਼ਨ ਹੋਈ ਆਇਨਸ ਫਲੋ ਕਰਨੇ ਸ਼ੁਰੂ ਕਰਤੇ ਉਹ ਜਿਹੜੇ ਦਾ ਆਇਓਨਾਈਜ਼ਡ 에ਅਰ ਜਿਹੜੀ ਆ ਉਹਦਾ ਰਿਜ਼ਲਟ ਕੀ ਹੁੰਦਾ ਇਨ ਇਲੈਕਟ੍ਰਿਕ ਡਿਸਚਾਰਜ, ਉਹ ਇਲੈਕਟ੍ਰਿਕ ਡਿਸਚਾਰਜ ਬਣਨਾ ਸ਼ੁਰੂ ਹੋ ਜਾਂਦਾ ਕੰਡਕਟਰ ਦੇ ਆਲੇ ਦੁਆਲੇ। ਡਿਊ ਟੂ this gives rise to a faint luminescent glow along with the hissing sound accompanied by the liberation of ozone। ਮਤਲਬ ਜਦੋਂ ਕਹਿੰਦਾ ਇਹ ਇਲੈਕਟ੍ਰਿਕ ਡਿਸਚਾਰਜ ਹੁੰਦਾ ਹੈਗਾ ਆਇਓਨਾਈਜੇਸ਼ਨ ਦਾ ਤਾਂ ਕੀ ਹੁੰਦਾ ਹੈਗਾ ਕਹਿੰਦਾ ਉਹਦੇ ਵਿੱਚ ਇੱਕ ਵਾਇਲਟ ਗਲੋ ਫਲੋ ਹੋਣੀ ਦਿਖਣਾ ਸ਼ੁਰੂ ਹੋ ਜਾਂਦਾ along with hissing noise ਹੋਣੀ ਸ਼ੁਰੂ ਹੋ ਜਾਂਦੀ ਆ ਅਤੇ ਕੰਬਾਈਨਡ ਬਾਈ ਦਾ ਲਿਬਰੇਸ਼ਨ ਆਫ ਓਜ਼ੋਨ ਮਤਲਬ ਓਜ਼ੋਨ ਗੈਸ ਜਿਹੜੀ ਉਹਦੇ ਵਿੱਚ ਸਰਾਊਂਡਿੰਗ ਦੇ ਆਲੇ ਦੁਆਲੇ ਓਜ਼ੋਨ ਗੈਸ ਜਿਹੜੀ ਆ ਬਣਨੀ ਸ਼ੁਰੂ ਹੋ ਜਾਂਦੀ ਆ। ਕਹਿੰਦਾ ਦਿਸ ਫੈਨੋਮੇਨਾ ਆਫ ਇਲੈਕਟ੍ਰਿਕ ਡਿਸਚਾਰਜ ਅਕਰਿੰਗ ਇਨ ਹਾਈ ਵੋਲਟੇਜ ਟਰਾਂਸਮਿਸ਼ਨ ਲਾਈਨ ਇਜ਼ ਨੋਨ ਐਜ਼ ਦਾ ਕਰੋਨਾ ਇਫੈਕਟ। ਤਾਂ ਇਹ ਸਾਰੀ ਚੀਜ਼ ਨੂੰ ਆਪਾਂ ਕੀ ਕਹਿੰਦੇ ਆ ਕਹਿੰਦਾ ਕਰੋਨਾ ਇਫੈਕਟ ਕਹਿੰਦੇ ਆ। ਇਫ ਦਾ ਵੋਲਟੇਜ ਕ੍ਰੋਸ ਦਾ ਲਾਈਨ ਕੰਟੀਨਿਊਸ ਟੂ ਇਨਕਰੀਜ਼, ਕਹਿੰਦਾ ਹੁਣ ਉਸ ਤੋਂ ਬਾਅਦ ਜੇ ਆਪਾਂ ਉਸ ਤੋਂ ਬਾਅਦ ਵੀ ਉਹਦੀ ਵੋਲਟੇਜ ਨੂੰ ਇਨਕਰੀਜ਼ ਕਰਨਾ ਸ਼ੁਰੂ ਕਰਕੇ ਤਾਂ ਦੋ ਗਲੋ ਐਂਡ ਹਿਸਿੰਗ ਨੋਇਸ ਬਿਕਮਸ ਮੋਰ ਐਂਡ ਮੋਰ ਇੰਟੈਂਸ ਇੰਡਿਊਸਿੰਗ ਏ ਹਾਈ ਪਾਵਰ ਲਾਸ ਇਨਟੂ ਦਾ ਸਿਸਟਮ। ਕਹਿੰਦਾ ਆਪਾਂ ਫਿਰ ਵੀ ਜੇ ਉਸ ਵੋਲਟੇਜ ਨੂੰ ਕੰਟੀਨਿਊ ਰੱਖਦੇ ਹਾਂ ਹਾਈ ਵੋਲਟੇਜ ਨੂੰ ਤਾਂ ਕਹਿੰਦਾ ਇਹ ਕੰਟੀਨਿਊ ਜਿਹੜੇ ਸਾਡੀ ਲਾਈਨ ਦੇ ਵਿੱਚ ਇਹ ਪਾਵਰ ਲਾਸਿਸ ਜਿਹੜੇ ਕਨਵਰਟ ਹੋਣੇ ਸ਼ੁਰੂ ਹੋ ਜਾਂਦੇ ਜਿਹੜੇ ਨੋਇਸ ਅਤੇ ਵਾਇਲਟ ਗਲੋ ਕਰਕੇ ਜਿਹੜਾ ਹੈ ਸਾਡੀ ਲਾਈਨ ਦੇ ਵਿੱਚ ਫਿਰ ਪਾਵਰ ਲਾਸ ਹੋਣਾ ਸ਼ੁਰੂ ਹੋ ਜਾਂਦਾ ਹੈਗਾ। ਹੁਣ ਕੀ ਹੈ ਦੇਖੋ ਫੈਕਟਰਸ ਅਫੈਕਟਿੰਗ ਕਰੋਨਾ ਲਾਸਿਸ, ਕਿਹੜੇ ਕਿਹੜੇ ਫੈਕਟਰ ਜਿਹੜੇ ਆ ਕਰੋਨਾ ਲਾਸਿਸ ਨੂੰ ਅਫੈਕਟ ਕਰਦੇ ਹੈਗੇ ਆ ਉਹ ਆਪਾਂ ਦੇਖਦੇ ਹਾਂ। ਕਹਿੰਦਾ ਦੇਖੋ ਪਹਿਲਾ ਹੈ ਐਟਮੋਸਫੀਅਰਿਕ ਕੰਡੀਸ਼ਨਸ, ਸਾਡੇ ਐਟਮੋਸਫੀਅਰ ਦੀ ਕੰਡੀਸ਼ਨ ਕੀ ਆ ਉਹ 'ਤੇ ਡਿਪੈਂਡ ਕਰਦੀ ਸਾਡੀ ਕਰੋਨਾ ਕਿੰਨਾ ਘੱਟ ਹੈ ਕਿ ਵਧਿਆ। ਕੰਡੀਸ਼ਨ ਆਫ ਕੰਡਕਟਰ ਦੀਆਂ ਕੰਡੀਸ਼ਨਸ ਕਿਹੋ ਜਿਹੀਆਂ ਨੇ ਤਾਂ ਉਸ ਤੋਂ ਬਾਅਦ ਸਪੇਸਿੰਗ ਬਿਟਵੀਨ ਦਾ ਕੰਡਕਟਰ ਦੇ ਵਿੱਚ ਇਨ ਬਿਟਵੀਨ ਜਿਹੜੀ ਸਪੇਸਿੰਗ ਜਿਹੜੀ ਆ ਉਹ ਕਿੰਨੀ ਜ਼ਿਆਦਾ ਦਿੱਤੀ ਹੋਈ ਆਪਾਂ ਜਾਂ ਕਿੰਨੀ ਘੱਟ ਦਿੱਤੀ ਹੋਈ ਆ ਉਹ 'ਤੇ ਸਪੇਸਿੰਗ 'ਤੇ ਡਿਪੈਂਡ ਕਰਦਾ ਹੈਗਾ ਕਰੋਨਾ ਇਫੈਕਟ। ਹੁਣ ਪਹਿਲਾ ਟੌਪਿਕ ਦਾ ਐਟਮੋਸਫੀਅਰਿਕ ਕੰਡੀਸ਼ਨਸ ਕੀ ਆ। ਕਹਿੰਦਾ ਕਿ ਵੀ ਹੈਵ ਪ੍ਰੂਵਡ ਦੈਟ ਦਾ ਵੋਲਟੇਜ ਗ੍ਰੇਡੀਐਂਟ ਫॉर ਡਾਈਲੈਕਟ੍ਰਿਕ ਬ੍ਰੇਕਡਾਊਨ ਆਫ 에ਅਰ ਇਜ਼ ਡਾਇਰੈਕਟਲੀ ਪ੍ਰੋਪੋਰਸ਼ਨਲ ਟੂ ਦਾ ਡੈਂਸਿਟੀ ਆਫ ਦਾ 에ਅਰ। ਮਤਲਬ ਕਹਿੰਦਾ ਕਿ ਵੋਲਟੇਜ ਗ੍ਰੇਡੀਐਂਟ ਜਿਸ ਵੋਲਟੇਜ 'ਤੇ ਸਾਡੀ ਇਹ ਜਿਹੜੀ ਆ ਉਹਦੀ ਡਾਈਲੈਕਟ੍ਰਿਕ ਸਟਰੈਂਥ ਜਿਹੜੀ ਬ੍ਰੇਕਡਾਊਨ ਹੋ ਜਾਂਦੀ ਹੈਗੀ ਹੈ 에ਅਰ ਦੀ ਉਹ ਕਹਿੰਦਾ ਡਾਇਰੈਕਟਲੀ ਡਿਪੈਂਡਸ ਕਰਦੀ ਹੈ ਡਾਇਰੈਕਟਲੀ ਪ੍ਰੋਪੋਰਸ਼ਨਲ ਟੂ ਦਾ ਕਿਤੇ ਡੈਂਸਿਟੀ ਆਫ 에ਅਰ ਦੀ ਕਿੰਨੀ ਡੈਂਸਿਟੀ ਆ ਮਤਲਬ 에ਅਰ 'ਚ ਕਿੰਨੇ ਆਇਨਸ ਪ੍ਰੋਡਿਊਸ ਹੈਗੇ ਆ। ਕਹਿੰਦਾ ਹੈਂਸ ਇਨ ਸਟੋਮੀ ਵੱਡੇ ਮਤਲਬ ਬੱਦਲਵਾਈ ਜਾਂ ਬਿਜਲੀ ਲਿਸ਼ਕਣ ਵਾਲੇ ਦਿਨ ਜਿਹੜੇ ਹੁੰਦੇ ਆ ਬੱਦਲਵਾਈ ਵਾਲੇ ਦਿਨ ਹੁੰਦੇ ਆ ਉਸ ਦਿਨ ਹੈਂਸ ਇਨ ਸਟੋਮੀ ਡੇ ਡਿਊ ਟੂ ਕੰਟੀਨਿਊਸ 에ਅਰ ਫਲੋ ਉਸ ਟਾਈਮ 'ਤੇ ਕਹਿੰਦੇ ਲਗਾਤਾਰ 에ਅਰ ਫਲੋ ਕਰਦੀ ਰਹਿੰਦੀ ਹੈ ਅਤੇ ਨੰਬਰ ਆਫ ਆਇਨਸ ਪ੍ਰੈਜ਼ੈਂਟ ਸਰਾਊਂਡਿੰਗ ਦਾ ਕੰਡਕਟਰ ਇਜ਼ ਫਾਰ ਮੋਰ ਦੈਨ ਨੋਰਮਲ ਨਾਲੋਂ ਹਨੇਰੀ ਵਾਲੇ ਦਿਨ ਕਹਿੰਦਾ ਜਿੱਦਾਂ ਹਵਾ ਚੱਲਦੀ ਹੈ ਉਦੋਂ ਜ਼ਿਆਦਾ ਆਇਨਸ ਜਿਹੜੇ ਆ 에ਅਰ ਦੇ ਵਿੱਚ ਪ੍ਰੋਡਿਊਸ ਹੋਏ ਹੁੰਦੇ ਆ ਐਂਡ ਹੈਂਸ ਇਟਸ ਮੋਰ ਲਾਈਕਲੀ ਟੂ ਹੈਵ ਇਲੈਕਟ੍ਰੀਕਲ ਡਿਸਚਾਰਜ ਇਨ ਟਰਾਂਸਮਿਸ਼ਨ ਲਾਈਨਸ ਔਨ ਸੱਚ ਡੇ। ਇਸ ਕਰਕੇ ਕਹਿੰਦਾ ਉਸ ਦਿਨ ਜ਼ਿਆਦਾ ਇਲੈਕਟ੍ਰੀਕਲ ਡਿਸਚਾਰਜ ਜਿਹੜਾ ਹੋਣਾ ਸ਼ੁਰੂ ਹੋ ਜਾਂਦਾ ਹੈਗਾ ਹਨੇਰੀ ਵਾਲੇ ਦਿਨਾਂ ਦੇ ਵਿੱਚ ਟਰਾਂਸਮਿਸ਼ਨ ਲਾਈਨ ਦੇ ਆਲੇ ਦੁਆਲੇ ਕੰਪੇਅਰ ਟੂ ਡੇ ਵਿਦ ਦ ਫੇਅਰਲੀ ਕਲੀਅਰ ਵੈਦਰ। ਜਦੋਂ ਮੌਸਮ ਇੱਕਦਮ ਸਾਫ਼ ਹੁੰਦਾ ਆ ਉਹਦੇ ਨਾਲੋਂ ਸਟੋਮੀ ਵੈਦਰ ਵਾਲੇ ਦਿਨ ਜਿਹੜੇ ਆ ਸਾਡੇ ਜਿਹੜੇ ਆ ਇਲੈਕਟ੍ਰੀਕਲ ਡਿਸਚਾਰਜ ਜਿਹੜੇ ਉਹ ਜ਼ਿਆਦਾ ਹੁੰਦੇ ਹੈਗੇ ਕਿਉਂਕਿ ਉਸ ਦਿਨ ਆਇਨਸ ਜਿਹੜੇ ਆ ਜ਼ਿਆਦਾ
ਏਅਰ ਦੇ ਵਿੱਚ ਪਾਏ ਜਾਂਦੇ ਆ। ਦ ਸਿਸਟਮ ਹੈਜ਼ ਟੂ ਬੀ ਡਿਜ਼ਾਈਨ ਕੰਸੀਡਰਿੰਗ ਦੋ ਸਟ੍ਰੀਮ ਸਿਚੁਏਸ਼ਨ। ਅਸਾਂ ਜਿਹੜਾ ਆਪਾਂ ਸਿਸਟਮ ਬਣਾਉਂਦੇ ਆ ਉਹ ਇਸ ਹਿਸਾਬ ਨਾਲ ਬਣਾਉਂਦੇ ਆ ਕਿ ਅਗਰ ਵੱਧ ਤੋਂ ਵੱਧ ਸਟੋਮੀ ਵੈਦਰ ਵਿੱਚ ਸਾਨੂੰ ਕਿੱਦਾਂ ਦੇ ਲੋਸਿਸ ਜਾਂ ਕਿੱਦਾਂ ਦੇ ਕਰੋਨਾ ਇਫੈਕਟਸ ਕ੍ਰੀਏਟ ਹੁੰਦੇ ਉਹਨੂੰ ਧਿਆਨ 'ਚ ਰੱਖਦਿਆਂ ਹੋਇਆਂ ਆਪਾਂ ਜਿਹੜਾ ਆਪਣਾ ਸਿਸਟਮ ਨੂੰ ਉਸ ਹਿਸਾਬ ਨਾਲ ਬਣਾਉਂਦੇ ਹੈਗੇ ਆ। ਹੁਣ ਕਿ ਦੇਖੋ ਦੂਜਾ ਪੁਆਇੰਟ, ਕੰਡੀਸ਼ਨ ਆਫ ਕੰਡਕਟਰਸ। ਕੰਡਕਟਰ ਕਿਹੋ ਜਿਹੀ ਕੰਡੀਸ਼ਨ ਦੇ ਵਿੱਚ ਹੈਗਾ ਇਹ ਵੀ ਇਫੈਕਟ ਕਰਦਾ ਹੈਗਾ ਸਾਡੇ ਕਰੋਨਾ ਨੂੰ। ਕਹਿੰਦਾ ਦਿਸ ਪਾਰਟੀਕੂਲਰ ਫਿਨੋਮੀਨਾ ਡਿਪੈਂਡਸ ਹਾਈਲੀ ਔਨ ਦਾ ਕੰਡਕਟਰਸ ਐਂਡ ਇਟਸ ਫਿਜ਼ੀਕਲ ਕੰਡੀਸ਼ਨ। ਉਹਦੀ ਫਿਜ਼ੀਕਲ ਕੰਡੀਸ਼ਨ ਕਿਹੋ ਜਿਹੀ ਹੈ ਕਹਿੰਦਾ ਇਹ 'ਤੇ ਡਿਪੈਂਡ ਕਰਦਾ ਹੈਗਾ ਕਰੋਨਾ ਦਾ ਇਫੈਕਟ ਜਿਹੜਾ। ਇਟ ਹੈਜ਼ ਐਨ ਇਨਵਰਸ ਪ੍ਰੋਪੋਰਸ਼ਨੈਲਿਟੀ relationship with the diameter of the conductor, that is with the increase in diameter the effect of corona or power system reduces considerably। देखो कहता increase in diameter मतलब diameter ਦੇ ਵਿੱਚ ਆਪਾਂ ਜਗ੍ਹਾ ਕੰਡਕਟਰ ਦੇ ਦੋ ਕੰਡਕਟਰਸ ਇੱਕ ਦੂਜੇ ਤੇ ਕੁਛ ਡਿਸਟੈਂਸ ਤੇ ਆਪਾਂ ਰੱਖੇ ਹੋਏ ਆ ਚੱਲ ਰਹੇ ਆ। ਕਹਿੰਦਾ ਅਗਰ ਉਹਨਾਂ ਦਾ ਆਪਾਂ ਡਾਇਆਮੀਟਰ ਇਨਕਰੀਜ਼ ਕਰ ਦਈਏ ਥੋੜਾ ਡਾਇਆਮੀਟਰ ਇਨਕਰੀਜ਼ ਕਰਨਾ ਕਿ ਇਫੈਕਟ ਆਫ ਕਰੋਨਾ ਔਨ ਪਾਵਰ ਸਿਸਟਮ ਰਿਡਿਊਸਿਸ ਕੰਸੀਡਰੇਬਲੀ। ਕਹਿੰਦਾ ਜੇਕਰ ਆਪਾਂ ਡਾਇਆਮੀਟਰ ਇਨਕਰੀਜ਼ ਕਰ ਦਾਂਗੇ ਤਾਂ ਉਹਦੇ ਜਿਹੜੇ ਆ ਉਹ ਕਰੋਨਾ ਇਫੈਕਟਸ ਜਿਹੜੇ ਉਹ ਘੱਟ ਜਾਣਗੇ। ਕਿਉਂ ਆਪਾਂ ਪਹਿਲਾਂ ਵੀ ਪੜ੍ਹਿਆ ਹੋਇਆ ਸਪੇਸਿੰਗ ਲਾਰਜ ਸਪੇਸਿੰਗ ਬਿਟਵੀਨ ਦਾ ਕੰਡਕਟਰਸ ਐਜ਼ ਕੰਪੇਅਰ ਟੂ ਡਾਇਆਮੀਟਰ। ਸਪੇਸਿੰਗ ਜ਼ਿਆਦਾ ਆ ਡਾਇਆਮੀਟਰ ਛੋਟਾ ਆ ਤਾਂ ਕਰੋਨਾ ਜ਼ਿਆਦਾ ਹੋਏਗਾ। ਬਟ ਅਗਰ ਡਾਇਆਮੀਟਰ ਜ਼ਿਆਦਾ ਹੈ ਥੋੜ੍ਹਾ ਤਾਂ ਸਪੇਸਿੰਗ ਆਪਾਂ ਫਿਕਸ ਕੀ ਰੱਖੀ ਹੋਈ ਡਾਇਆਮੀਟਰ ਵਧਾ ਦਿੰਦੇ ਤਾਂ ਕਰੋਨਾ ਇਫੈਕਟਸ ਜਿਹੜੇ ਆ ਉਹ ਘੱਟ ਜਾਂਦੇ ਆ। ਆਲਸੋ ਦਾ ਪ੍ਰੈਜ਼ੈਂਸ ਆਫ ਡਰਟ ਔਰ ਰਫਨੈਸ ਆਫ ਦਾ ਕੰਡਕਟਰ ਰਿਡਿਊਸਿਸ ਦਾ ਕ੍ਰਿਟੀਕਲ ਬ੍ਰੇਕਡਾਊਨ ਵੈਲਿਊ। ਕ੍ਰਿਟੀਕਲ ਬ੍ਰੇਕਡਾਊਨ ਵੈਲਿਊ ਮਤਲਬ ਰਿਡਿਊਸਿਸ ਦਾ ਕ੍ਰਿਟੀਕਲ ਬ੍ਰੇਕਡਾਊਨ ਵੈਲਿਊ ਕਦੋਂ? ਜਦੋਂ ਡਰਟ ਵਿੱਚ ਡਰਟ ਹੋਊਗੀ, ਧੂੜ ਹੋਊਗੀ ਅਤੇ ਰਫਨੈਸ ਹੋਊਗੀ ਉਦੋਂ ਕ੍ਰਿਟੀਕਲ ਬ੍ਰੇਕਡਾਊਨ ਵੈਲਿਊ ਦੀ ਵੋਲਟੇਜ ਦੀ ਵੈਲਿਊ ਘੱਟ ਜਾਂਦੀ ਹੈ। ਇਹਦਾ ਮਤਲਬ ਕਰੋਨਾ ਇਫੈਕਟਸ ਜਿਸ ਵੋਲਟੇਜ 'ਤੇ ਹੁੰਦੇ ਆ ਜਦੋਂ ਹਨੇਰੀ ਮਿੱਟੀ ਘੱਟਾ ਅਤੇ ਰਫ ਵਿੱਚ ਸਰਵਿਸ ਹੋਏਗੀ ਉਹ ਵੋਲਟੇਜ ਜਿਹੜੀ ਆ ਉਹ ਘੱਟ ਜਾਂਦੀ ਹੈ। ਮਤਲਬ 66 kV ਤੇ ਕਰੋਨਾ ਇਫੈਕਟਸ ਹੋਣੇ ਸ਼ੁਰੂ ਹੋਏ ਤਾਂ ਉਹ 66 kV ਤੋਂ ਘੱਟ ਜਾਏਗੀ। ਕਦੋਂ? ਜਦੋਂ ਕੰਡਕਟਰ ਦੇ ਉੱਤੇ ਡਰਟ ਹੋਏਗੀ ਮਤਲਬ ਮੀਨਸ ਮਿੱਟੀ ਹੋਏਗੀ ਅਤੇ ਰਫਨੈਸ ਹੋਏਗੀ। ਮੇਕਿੰਗ ਦਾ ਕੰਡਕਟਰ ਮੋਰ ਪੌਨ ਟੂ ਕਰੋਨਾ ਲੋਸਿਸ। ਜ਼ਿਆਦਾ ਮਤਲਬ ਉਹਦੇ 'ਚ ਲੋਸਿਸ ਜਿਹੜੇ ਆ ਕ੍ਰੀਏਟ ਹੋਣੇ ਸ਼ੁਰੂ ਹੋ ਜਾਂਦੇ ਆ। ਹੈਂਸ ਇਨ ਮੋਸਟ ਸਿਟੀਜ਼ ਦਾ ਐਂਡ ਇੰਡਸਟਰੀਅਲ ਏਰੀਆ most cities and industrial areas having high pollution, this factor is of reasonable importance to counter the ill factor it has no on the system। ਕਹਿੰਦਾ ਜ਼ਿਆਦਾ ਡਸਟ ਵਾਲੀਆਂ ਸਿਟੀਜ਼ ਜਾਂ ਇੰਡਸਟਰੀ ਏਰੀਆ ਜਿੱਥੇ ਦੇ ਵਿੱਚੋਂ ਦੀ ਲਾਈਨ ਲੰਘਦੀ ਉੱਥੇ ਜਿੱਥੇ ਧੂੜ ਮਿੱਟੀ ਜ਼ਿਆਦਾ ਉੱਡਦੀ ਆ ਉਹਨਾਂ ਏਰੀਆ ਦੇ ਵਿੱਚ ਜਿਹੜੇ ਆ ਇਫੈਕਟਸ ਜਿਹੜੇ ਆ ਫੈਕਟਰ ਜਿਹੜਾ ਮਤਲਬ ਜਿਹੜਾ ਕਰੋਨਾ ਨੂੰ ਇਨਕਰੀਜ਼ ਕਰਦਾ ਜ਼ਿਆਦਾ ਹੋ ਜਾਂਦਾ ਕਿਉਂਕਿ ਉੱਥੇ ਡਸਟ ਬਹੁਤ ਜ਼ਿਆਦਾ ਹੁੰਦੀ ਹੈਗੀ ਆ। ਤੀਜਾ ਸਪੇਸਿੰਗ ਬਿਟਵੀਨ ਦਾ ਕੰਡਕਟਰਸ। ਕਹਿੰਦਾ ਐਜ਼ ਆਲਰੇਡੀ ਮੈਂਸ਼ਨ ਦਾ ਕਰੋਨਾ ਟੂ ਓਕਰ ਇਨ ਦਾ ਸਪੇਸ ਬਿਟਵੀਨ ਦਾ ਲਾਈਨ ਇਫੈਕਟਿਵਲੀ ਸ਼ੁੱਡ ਬੀ ਮੱਚ ਹਾਇਰ ਕੰਪੇਅਰ ਟੂ ਇਟਸ ਡਾਇਆਮੀਟਰ। ਕਹਿੰਦਾ ਆਪਾਂ ਪਹਿਲਾਂ ਪੜ੍ਹ ਚੁੱਕੇ ਹਾਂ ਵੀ ਕਰੋਨਾ ਨੂੰ ਘਟਾਉਣ ਲਈ ਆਪਾਂ ਸਪੇਸਿੰਗ ਬਿਟਵੀਨ ਦਾ ਕੰਡਕਟਰਸ ਅਗਰ ਜ਼ਿਆਦਾ ਕਰ ਦਈਏ ਸਪੇਸਿੰਗ ਬਿਟਵੀਨ ਦਾ ਕੰਡਕਟਰ ਐਜ਼ ਕੰਪੇਅਰ ਟੂ diameter, but if the length gets increased beyond to certain limit the dielectric stress on the air reduces। ਜਦੋਂ ਆਪਾਂ ਲੈਂਥ ਦੇ ਹਿਸਾਬ ਨਾਲ ਉਹਨਾਂ ਦਾ ਡਾਇਆਮੀਟਰ ਮੇਨਟੇਨ ਕੀਤਾ ਹੈ ਜੋ ਕੰਡਕਟਰ ਦਾ ਉਹਦੇ ਹਿਸਾਬ ਉਸ ਡਾਇਆਮੀਟਰ ਦੇ ਹਿਸਾਬ ਨਾਲ ਆਪਾਂ ਅਗਰ ਇਨ ਬਿਟਵੀਨ ਕੰਡਕਟਰ ਜਿਹੜੀ ਸਪੇਸਿੰਗ ਜ਼ਿਆਦਾ ਕਰਦੀ ਹੈ ਤਾਂ ਸਾਡੀ ਡਾਇਲੈਕਟ੍ਰਿਕ ਸਟ੍ਰੈਸਿਸ ਜਿਹੜੀਆਂ ਉਹ ਇਹਦੀਆਂ ਘੱਟ ਜਾਂਦੀਆਂ ਐਂਡ ਕੰਸੀਕੁਐਂਟਲੀ ਦਾ ਇਫੈਕਟ ਆਫ ਕਰੋਨਾ ਰਿਡਿਊਸਿਸ ਐਜ਼ ਵੈਲ। ਅਤੇ ਉਸੇ ਕਰਕੇ ਜੇਕਰ ਆਪਾਂ ਸਪੇਸਿੰਗ ਬਿਟਵੀਨ ਦੇ ਕੰਡਕਟਰ ਜ਼ਿਆਦਾ ਕਰ ਦਾਂਗੇ ਤਾਂ ਕਰੋਨਾ ਇਫੈਕਟਸ ਵੀ ਘੱਟ ਜਾਣਗੇ। ਕਹਿੰਦਾ ਇਫ ਦਾ ਸਪੇਸਿੰਗ ਇਜ਼ ਮੇਡ ਟੂ ਲਾਰਜ। ਕਹਿੰਦਾ ਹੁਣ ਪਰ ਜੇ ਆਪਾਂ ਸਪੇਸਿੰਗ ਬਹੁਤ ਜ਼ਿਆਦਾ ਕਰ ਦਈਏ ਫਿਰ ਕੀ ਹੋਊਗਾ ਦੈਨ ਕਰੋਨਾ ਫॉर दैट ਰੀਜਨ ਆਫ ਦਾ ਟਰਾਂਸਮਿਸ਼ਨ ਲਾਈਨ ਮਾਈਟ ਨਾਟ ਅਕਰਜ਼ ਐਟ ਆਲ। ਤਾਂ ਉਸ ਕੰਡੀਸ਼ਨ ਦੇ ਵਿੱਚ ਕਹਿੰਦਾ ਹੋ ਸਕਦਾ ਕਰੋਨਾ ਇਫੈਕਟਸ ਹੋਣ ਹੀ ਨਾ। ਜੇ ਆਪਾਂ ਸਪੇਸਿੰਗ ਬਿਟਵੀਨ ਦਾ ਕੰਡਕਟਰ ਡਾਇਆਮੀਟਰ ਨਾਲੋਂ ਜ਼ਿਆਦਾ ਕਰ ਦਈਏ ਤਾਂ ਹੋ ਸਕਦਾ ਕਹਿੰਦਾ ਉੱਥੇ ਕੰਡਕਟਰਸ ਦੇ ਉਸ ਏਰੀਆ ਪਾਰਟੀਕੂਲਰ ਏਰੀਆ 'ਚ ਕਰੋਨਾ ਇਫੈਕਟਸ ਹੋਣ ਨਾ। ਪਰ ਇਹ ਪੋਸੀਬਲ ਨਹੀਂ ਹੋ ਸਕਦਾ ਕਿ ਆਪਾਂ ਬਹੁਤ ਵੱਡੀਆਂ ਕ੍ਰੋਸ ਆਰਮਸ ਬਣਾ ਕੇ ਕੰਡਕਟਰ ਦੀ ਸਪੇਸਿੰਗ ਕਰੀਏ। ਇਸ ਕਰਕੇ ਲਿਮਿਟ ਦੇ ਵਿੱਚ ਰਹਿ ਕੇ ਹੀ ਆਪਾਂ ਉਹ ਸਾਰਾ ਕੁਝ ਕਰਦੇ ਹਾਂ। ਅਤੇ ਥੋੜ੍ਹਾ ਬਹੁਤ ਜੇ ਅਗਰ ਕਰੋਨਾ ਲੋਸਿਸ ਹੁੰਦੇ ਵੀ ਆ ਤਾਂ ਆਪਾਂ ਉਹਨਾਂ ਨੂੰ ਜਰ ਲੈਂਦੇ ਹੈਗੇ ਆ। ਇਸ ਤਰ੍ਹਾਂ ਇਹ ਕਰੋਨਾ ਇਫੈਕਟਸ ਜਿਹੜੇ ਇਫੈਕਟ ਕਰਦੇ। ਹੁਣ ਹੈ ਰਿਡਿਊਸਿੰਗ ਕਰੋਨਾ ਡਿਸਚਾਰਜ। ਕਰੋਨਾ ਇਫੈਕਟਸ ਦੇ ਜਾਂ ਕਰੋਨਾ ਡਿਸਚਾਰਜ ਜਿਹੜਾ ਹੁੰਦਾ ਹੈਗਾ ਉਹਨੂੰ ਆਪਾਂ ਕਿੱਦਾਂ ਘਟਾ ਸਕਦੇ ਹਾਂ? 3 ਤਰੀਕੇ ਦੇਖੋ। ਪਹਿਲਾ ਇਨਕਰੀਜ਼ਿੰਗ ਦਾ ਕੰਡਕਟਰ ਸਾਈਜ਼। ਇਹ ਕਹਿੰਦਾ ਲਾਰਜ ਕੰਡਕਟਰ ਡਾਇਆਮੀਟਰ ਰਿਜ਼ਲਟਸ ਇਨ ਏ ਡਿਕਰੀਜ਼ ਇਨ ਦਾ ਕਰੋਨਾ ਇਫੈਕਟਸ। ਮਤਲਬ ਕਹਿੰਦਾ ਅਗਰ ਆਪਾਂ ਡਾਇਆਮੀਟਰ ਨੂੰ ਥੋੜ੍ਹਾ ਇਨਕਰੀਜ਼ ਕਰ ਦਈਏ ਤਾਂ ਕਰੋਨਾ ਇਫੈਕਟਸ ਜਿਹੜੇ ਆ ਉਹ ਘੱਟ ਜਾਂਦੇ ਹੈਗੇ ਅਗਰ ਕੰਡਕਟਰ ਦਾ ਡਾਇਆਮੀਟਰ ਆਪਾਂ ਇਨਕਰੀਜ਼ ਕਰ ਦਿੰਦੇ ਹਾਂ। ਕਹਿੰਦਾ ਦੂਜਾ ਕਹਿੰਦਾ ਇਨਕਰੀਜ਼ਿੰਗ ਦਾ ਡਿਸਟੈਂਸ ਬਿਟਵੀਨ ਕੰਡਕਟਰ। ਉਹਦੇ ਨਾਲ ਹੀ ਕਹਿੰਦਾ ਅਗਰ ਆਪਾਂ
ਕੰਡਕਟਰ ਦੇ ਇਨ ਬਿਟਵੀਨ ਜਿਹੜੀ ਸਪੇਸਿੰਗ ਦਿੱਤੀ ਆ, ਅਗਰ ਆਪਾਂ ਉਹਨੂੰ ਇਨਕਰੀਜ਼ ਕਰ ਦਈਏ, ਵਧਾ ਦਈਏ ਉਸ ਸਪੇਸਿੰਗ ਨੂੰ, ਤਦ ਵੀ ਕਰੋਨਾ ਇਫੈਕਟਸ ਜਿਹੜੇ ਆ ਉਹ ਘੱਟ ਜਾਂਦੇ ਹੈਗੇ ਆ। ਤੀਸਰਾ ਹੈ ਕਹਿੰਦਾ ਯੂਜ਼ਿੰਗ ਬੰਡਲਡ ਕੰਡਕਟਰ, ਜਦੋਂ ਆਪਾਂ ਪਹਿਲਾਂ ਬੰਡਲ ਕੰਡਕਟਰ ਇਨਕਰੀਜ਼ ਦਾ ਇਫੈਕਟ ਆਫ ਡਾਇਮੀਟਰ ਆਫ ਕੰਡਕਟਰ। ਜਦੋਂ ਆਪਾਂ ਬੰਡਲ ਕੰਡਕਟਰ ਬਣਾਉਂਦੇ ਹਾਂ ਤਾਂ ਇਫੈਕਟਿਵ ਡਾਇਮੀਟਰ ਜਿਹੜਾ ਕੰਡਕਟਰ ਦਾ ਉਹ ਵੱਧ ਜਾਂਦਾ, ਕਿਉਂਕਿ ਆਪਾਂ 2 ਜਾਂ 3 ਜਾਂ 4 ਕੰਡਕਟਰ ਬਣਾਉਂਦੇ ਹਾਂ ਤਾਂ ਨੈਚੁਰਲ ਦਾ ਡਾਇਮੀਟਰ ਇਨਕਰੀਜ਼ ਹੋ ਜਾਂਦਾ, ਹੈਂਸ ਰਿਡਿਊਸਿੰਗ ਦਾ ਕਰੋਨਾ ਇਫੈਕਟ। ਜਦੋਂ ਡਾਇਮੀਟਰ ਇਨਕਰੀਜ਼ ਕਰਦੇ ਆਪਾਂ ਉੱਪਰ ਪੜਿਆ ਇਨਕਰੀਜ਼ਿੰਗ ਦਾ ਕੰਡਕਟਰ ਸਾਈਜ਼, ਅਤੇ ਇੱਦਾਂ ਹੀ ਜੇ ਬੰਡਲ ਕੰਡਕਟਰ ਬਣਾ ਕੇ ਆਪਾਂ ਡਾਇਮੀਟਰ ਕੰਡਕਟਰ ਦਾ ਇਨਕਰੀਜ਼ ਕਰ ਦਈਏ ਤਾਂ ਸਾਡੇ ਕਰੋਨਾ ਇਫੈਕਟਸ ਜਿਹੜੇ ਆ ਉਹ ਘੱਟ ਜਾਂਦੇ ਆ। ਇਸ ਤਰ੍ਹਾਂ 3 ਫੈਕਟਰਸ 'ਤੇ ਡਿਪੈਂਡ ਕਰਦਾ, ਇਨਕਰੀਜ਼ਿੰਗ ਦਾ ਕੰਡਕਟਰ ਸਾਈਜ਼, ਇਨਕਰੀਜ਼ਿੰਗ ਦਾ ਡਿਸਟੈਂਸ ਬਿਟਵੀਨ ਕੰਡਕਟਰਸ, ਅਤੇ ਤੀਜਾ ਹੈ ਯੂਜ਼ਿੰਗ ਬੰਡਲ ਕੰਡਕਟਰ। ਇਹ 3 ਅਗਰ ਆਪਾਂ ਕੰਸੈਪਟ ਮਾਈਂਡ ਵਿੱਚ ਰੱਖ ਕੇ ਚੱਲੀਏ ਤਾਂ ਸਾਡਾ ਕਰੋਨਾ ਜਿਹੜਾ ਆ ਉਹ ਨੋਰਮਲ ਨਾਲੋਂ ਘੱਟ ਜਾਏਗਾ, ਉਹਦੀ ਵੈਲਿਊ ਘੱਟ ਜਾਏਗੀ, ਤਾਂ ਕਰਕੇ ਲੌਸਸ ਵੀ ਲਾਈਨ 'ਚ ਘੱਟ ਜਾਣਗੇ। ਐਡਵਾਂਟੇजेस ਆਫ ਕਰੋਨਾ। ਪਹਿਲਾ ਹੈ ਇਫੈਕਟਿਵ ਡਾਇਮੀਟਰ ਆਫ ਪਾਵਰ ਕੰਡਕਟਰ ਇਨਕਰੀਜ਼ਿਜ਼ ਡਿਊ ਟੂ ਕਰੋਨਾ। ਕਹਿੰਦਾ ਡਿਊ ਟੂ ਕਰੋਨਾ ਇਫੈਕਟਿਵ ਡਾਇਮੀਟਰ, ਮਤਲਬ ਐਕਚੁਅਲ ਡਾਇਮੀਟਰ ਨਾਲੋਂ ਇਫੈਕਟਿਵ ਜਿਹੜਾ ਇਮੈਜਨਰੀ ਬਣਿਆ ਇਫੈਕਟਿਵ ਡਾਇਮੀਟਰ ਇਨਕਰੀਜ਼ ਹੋ ਜਾਂਦਾ। ਹਾਊ, ਕਹਿੰਦਾ ਐਕਚੁਅਲੀ ਡਿਊ ਟੂ ਕਰੋਨਾ ਦਾ ਏਅਰ ਸਰਾਊਂਡਿੰਗ ਦਾ ਕੰਡਕਟਰ ਬਿਕਮਸ ਕੰਡਕਟਿਵ, ਕਿਉਂਕਿ ਕਰੋਨਾ ਕਰਕੇ ਕਹਿੰਦਾ ਏਅਰ ਜਿਹੜੀ ਆ ਉਹਦੇ ਸਰਾਊਂਡਿੰਗਸ ਦੇ ਆਲੇ ਦੁਆਲੇ ਦੀ ਏਅਰ ਜਿਹੜੀ ਉਹ ਕੰਡਕਟਿਵ ਬਣ ਗਈ, ਐਂਡ ਇਸ ਇਫੈਕਟਿਵ ਡਾਇਮੀਟਰ ਇਨਕਰੀਜ਼ਿਸ ਕਰਕੇ ਉਹਦਾ ਡਾਇਮੀਟਰ ਜਿਹੜਾ ਇਨਕਰੀਜ਼ ਹੋ ਜਾਂਦਾ ਹੈ। ਅਤੇ ਹੁਣ ਆਪਾਂ ਪੜ੍ਹਿਆ ਅਤੇ ਜਦੋਂ ਡਾਇਮੀਟਰ ਆਪਾਂ ਕੰਡਕਟਰ ਦਾ ਇਨਕਰੀਜ਼ ਕਰ ਦਿੰਦੇ ਹਾਂ ਤਾਂ ਕਰੋਨਾ ਇਫੈਕਟਸ ਜਿਹੜੇ ਆ ਉਹ ਘੱਟ ਜਾਂਦੇ ਆ। ਠੀਕ ਹੈ, ਨੈਕਸਟ ਹੈ ਕਰੋਨਾ ਹੈਲਪਸ ਟੂ ਰਿਡਿਊਸ ਦਾ ਇਫੈਕਟ ਆਫ ਟੇਂਜੈਂਟ ਪ੍ਰੋਡਿਊਸਡ ਬਾਈ ਦਾ ਸਰਜ ਬਾਈ ਡੈਸੀਪੇਟਿੰਗ ਦਾ ਸਰਜ ਐਨਰਜੀ ਪਾਰਸ਼ਲੀ। ਕਰੋਨਾ ਹੈਲਪਸ ਟੂ ਰਿਡਿਊਸ ਦਾ ਇਫੈਕਟ ਆਫ ਟੇਂਜੈਂਟ ਵੋਲਟੇਜਸ ਹੁੰਦੀਆਂ, ਜਿੱਦਾਂ ਅਸਮਾਨੀ ਬਿਜਲੀ ਪੈਂਦੀ ਆ ਸਾਡੀ ਲਾਈਨ ਦੇ ਉੱਤੇ, ਤਾਂ ਉਹਦੇ 'ਤੇ ਲਈ ਥੋੜ੍ਹੇ ਟਾਈਮ ਲਈ ਇੰਪਲਸ ਟਾਈਮ ਲਈ, ਮਤਲਬ ਮੀਨਸ ਜਦੋਂ ਅਸਮਾਨੀ ਬਿਜਲੀ ਪੈਣੀ ਆ ਉਸ ਟਾਈਮ 'ਤੇ ਉਹਦੀ ਵੋਲਟੇਜ ਇਨਕਰੀਜ਼ ਹੋ ਜਾਂਦੀ ਹੈ, ਡਿਊ ਟੂ ਦੈਟ ਵੋਲਟੇਜ ਕਰੰਟ ਜ਼ਿਆਦਾ ਪਾਸ ਕਰਨ ਲੱਗ ਪੈਂਦਾ। ਪਰ ਹੁਣ ਕਿਉਂਕਿ ਸਾਡਾ ਕੰਡਕਟਰ ਜਿਹੜਾ ਕਰੋਨਾ ਕਰਕੇ ਉਹਦਾ ਇਫੈਕਟਿਵ ਡਾਇਮੀਟਰ ਜ਼ਿਆਦਾ ਬਣਿਆ ਹੋਇਆ, ਇਸ ਕਰਕੇ ਉਹ ਜਿਹੜਾ ਕਰੰਟ ਹੈ ਐਕਸਟਰਾ ਕਰੰਟ ਡਿਊ ਟੂ ਸਰਜ ਜਿਹੜਾ ਕਰੰਟ ਫਲੋ ਕਰਨਾ ਹੈਗਾ ਉਹ ਆਰਾਮ ਨਾਲ ਈਜ਼ੀਲੀ ਫਲੋ ਕਰਕੇ ਨੀਅਰਸਟ ਟਾਵਰ ਥਾਣੀ ਉਹ ਅਰਥ ਹੋ ਜਾਂਦਾ ਹੈਗਾ। ਇਸ ਤਰ੍ਹਾਂ ਸਾਡੀ ਲਾਈਨ ਜਿਹੜੀ ਆ ਉਹ ਸੇਫ ਹੋ ਜਾਂਦੀ ਹੈਗੀ ਹੈ। ਇਸ ਤਰ੍ਹਾਂ ਕਰੋਨਾ ਦੇ ਇਹ 2 ਐਡਵਾਂਟੇजेस ਨੇ ਹੈਗੇ। ਡਿਸਐਡਵਾਂਟੇਜ ਆਫ ਕਰੋਨਾ ਦੀਆਂ ਕਿਹੜੀਆਂ ਡਿਸਐਡਵਾਂਟੇजेस ਆ। ਪਹਿਲੀ ਕਹਿੰਦਾ ਦੇਖੋ ਦਾ ਕਰੋਨਾ ਕਾਜ਼ਜ਼ ਪਾਵਰ ਲਾਸ। ਨੈਚੁਰਲ ਆ ਕਿ ਆਪਾਂ ਪਹਿਲਾਂ ਪੜ੍ਹਿਆ ਕਿ ਕਰੋਨਾ ਜਦੋਂ ਫਲੋ ਕਰਦਾ, ਕਰੋਨਾ ਸਾਡਾ ਕ੍ਰੀਏਟ ਹੁੰਦਾ ਤਾਂ ਇੱਕ ਪਾਵਰ ਲਾਸ ਲਾਈਨ ਦੇ ਵਿੱਚ ਹੋਣਾ ਸ਼ੁਰੂ ਹੋ ਜਾਂਦਾ। ਡਿਊ ਟੂ ਦਿਸ ਪਾਵਰ ਲਾਸ ਦਾ ਟਰਾਂਸਮਿਸ਼ਨ ਐਫੀਸ਼ੀਐਂਸੀ ਰਿਡਿਊਸਿਸ। ਨੈਚੁਰਲ ਜੋ ਪਾਵਰ ਲਾਸ ਹੋਏਗਾ ਤਾਂ ਲਾਈਨ ਦੀ ਐਫੀਸ਼ੀਐਂਸੀ ਜਿਹੜੀ ਆ ਉਹ ਡਿਕਰੀਜ਼ ਹੋ ਜਾਏਗੀ, ਘੱਟ ਜਾਏਗੀ। ਓਜ਼ੋਨ ਇਜ਼ ਪ੍ਰੋਡਿਊਸ ਡਿਊ ਟੂ ਕਰੋਨਾ। ਹੁਣ ਓਜ਼ੋਨ ਗੈਸ ਪੈਦਾ ਹੁੰਦੀ ਆ ਸਰਾਊਂਡਿੰਗ ਦੇ ਵਿੱਚ ਕੰਡਕਟਰ ਦੇ ਆਲੇ ਦੁਆਲੇ, ਤਾਂ ਦਿਸ ਓਜ਼ੋਨ ਮੇ ਕਾਜ਼ ਡੀਗ੍ਰੇਡੇਸ਼ਨ ਆਫ ਕੰਡਕਟਰ ਡਿਊ ਟੂ ਕੈਮੀਕਲ ਐਕਸ਼ਨ। ਕੈਮੀਕਲ ਐਕਸ਼ਨ ਕਰਕੇ ਕਹਿੰਦਾ ਉਹਦੀ ਡੀਗ੍ਰੇਡੇਸ਼ਨ ਹੋ ਜਾਂਦੀ ਆ, ਮਤਲਬ ਸਾਡਾ ਕੰਡਕਟਰ ਜਿਹੜਾ ਉਹ ਖਰਾਬ ਹੋਣਾ ਸ਼ੁਰੂ ਹੋ ਜਾਂਦਾ। ਕਰੋਨਾ ਇਜ਼ ਬੇਸਿਕਲੀ ਡਿਸਚਾਰਜ ਆਫ ਕਰੰਟ ਇਨ ਏਅਰ। ਦਿਸ ਕਰੰਟ ਇਜ਼ ਨਾਟ ਸਾਈਨੋਸਾਈਡਲ ਰੈਦਰ ਇਟ ਇਜ਼ ਨੋਨ ਸਾਈਨੋਸਾਈਡਲ। ਕਹਿੰਦਾ ਕਿ ਹੁਣ ਜਿਹੜੀ ਹੈ ਇਹ ਕਰੰਟ ਫਲੋ ਕਰਦਾ, ਡਿਸਚਾਰਜ ਕਰੰਟ ਜਿਹਨੂੰ ਕਹਿੰਦੇ ਆ ਡਿਊ ਟੂ ਕਰੋਨਾ, ਕਹਿੰਦਾ ਇਹ ਨੋਨ ਸਾਈਨੋਸਾਈਡਲ ਵੇਵ ਹੁੰਦੀ ਹੈ, ਸਾਈਨੋਸਾਈਡਲ ਵੇਵ ਨਹੀਂ ਹੁੰਦੀ ਜਦ ਕਿ ਨੋਨ ਸਾਈਨੋਸਾਈਡਲ ਵੇਵ ਹੁੰਦੀ ਹੈ ਜਿਹੜੀ ਇਹ ਕਰੰਟ ਦੀ ਵੇਵ ਹੁੰਦੀ। ਕਰੰਟ ਵੇਵ ਜਿਹੜੀ ਹੈ ਨੋਨ ਸਾਈਨੋਸਾਈਡਲਸ। ਹੁਣ ਬਿਕੋਜ਼ ਆਫ ਦਿਸ ਨੋਨ ਸਾਈਨੋਸਾਈਡਲ ਕਰੰਟ ਡਰਾਨ ਡਿਊ ਟੂ ਕਰੋਨਾ ਨੋਨ ਸਾਈਨੋਸਾਈਡਲ ਵੋਲਟੇਜ ਡ੍ਰੌਪ ਅਕਰਸ। ਹੁਣ ਇਸ ਕਰੰਟ ਕਰਕੇ ਨੈਚੁਰਲ ਆ ਉਹਦੇ ਵਿੱਚ ਵੋਲਟੇਜ ਡ੍ਰੌਪਸ ਹੋਣੇ ਸ਼ੁਰੂ ਹੋ ਜਾਂਦੇ ਉਸ ਲਾਈਨ ਦੇ, ਉਹ ਵੀ ਨੋਨ ਸਾਈਨੋਸਾਈਡਲਸ ਹੁੰਦੇ ਹਨ। ਉਹਦੇ ਕਰਕੇ ਹੁੰਦਾ ਦਿਸ ਨੋਨ ਸਾਈਨੋਸਾਈਡਲ ਵੋਲਟੇਜ ਡ੍ਰੌਪ ਮੇ ਕਾਜ਼ ਇੰਡਕਟਿਵ ਇੰਟਰਫੇਰੈਂਸ ਵਿਦ ਦਾ ਨੇਬਰਿੰਗ ਕਮਿਊਨੀਕੇਸ਼ਨ ਲਾਈਨ। ਹੁਣ ਇਹ ਜਿਹੜੇ ਨੋਨ ਸਾਈਨੋਸਾਈਡਲ ਵੋਲਟੇਜ ਡ੍ਰੌਪਸ ਆ ਇਹਦੇ ਕਰਕੇ ਇੰਡਕਟਿਵ ਇੰਟਰਫੇਰੈਂਸ ਹੋਣ ਲੱਗ ਪੈਂਦੀ ਆ ਸਾਡੀ ਕੰਡਕਟਰ ਦੀ ਨੇਬਰਹੁੱਡ ਕੰਡਕਟਰ ਜਿਹੜੇ ਕਮਿਊਨੀਕੇਸ਼ਨ ਵਾਲੇ ਕੰਡਕਟਰ ਜਾਂਦੇ ਆ ਉਹਨਾਂ ਦੇ ਨਾਲ। ਉਹਦੇ ਕਰਕੇ ਜਿਹੜੀ ਆ ਸਾਡੀ ਇਹ ਕਮਿਊਨੀਕੇਸ਼ਨ ਸਿਸਟਮ ਜਿਹੜਾ ਉਹ ਡਿਸਟਰਬ ਹੋਣਾ ਸ਼ੁਰੂ ਹੋ ਜਾਂਦਾ ਹੈਗਾ। ਇਸ ਤਰ੍ਹਾਂ ਇਹ ਜਿਹੜੇ ਕਰੋਨਾ ਸੀਗਾ, ਕਰੋਨਾ ਦੇ ਇਫੈਕਟਸ, ਕਰੋਨਾ ਕੀ ਸੀਗਾ, ਹੀਜ਼ਿੰਗ ਨੋਇਸ, ਵਾਇਲਟ ਕਲਰ ਅਤੇ ਓਜ਼ੋਨ ਪ੍ਰੋਡਕਸ਼ਨ ਆਫ ਓਜ਼ੋਨ ਗੈਸ ਸਰਾਊਂਡਿੰਗ ਦਾ ਕੰਡਕਟਰ, ਇਹ ਕਰੋਨਾ ਇਫੈਕਟ ਹੁੰਦਾ ਹੈ। ਆਪਾਂ ਡਿਸਕਸ ਕੀਤਾ ਕਿਹੜੇ ਫੈਕਟਰਸ ਇਹਨੂੰ ਇਫੈਕਟ ਕਰਦੇ ਆ, ਕਿਹੜੇ ਫੈਕਟਰਸ ਨਾਲ ਆਪਾਂ ਇਹਨੂੰ ਘਟਾ ਸਕਦੇ ਹਾਂ, ਇਹਦੀਆਂ ਐਡਵਾਂਟੇਜ, ਇਹਦੀਆਂ ਡਿਸਐਡਵਾਂਟੇਜ ਕੀ ਹਨ, ਸਾਰੀਆਂ ਆਪਾਂ ਪੜ੍ਹੀਆਂ, ਇਹਦੇ ਵਿੱਚ ਦੇਖੀਆਂ। ਤੁਸੀਂ ਇਹਨੂੰ ਧਿਆਨ ਨਾਲ ਇੱਕ ਵਾਰੀ ਫਿਰ ਪੜ੍ਹਨਾ, ਸੁਣਨਾ ਹੈ, ਨਾਲ ਇਹਨੂੰ ਪੜ੍ਹਨਾ ਹੈ, ਫਿਰ ਇਹਨੂੰ ਤੁਸੀਂ ਨੋਟ ਕਰ ਲੈਣਾ। ਇਹਨਾਂ ਸਾਰਿਆਂ ਦੇ ਤੁਹਾਨੂੰ ਮੈਂ ਕਲਾਸ ਦੇ ਵਿੱਚ ਜਿੰਨਾ ਵੀ ਹੈਗੇ ਆ ਮਤਲਬ ਇਹਨਾਂ PDF ਨੋਟਸ ਵੀ ਤੁਹਾਨੂੰ ਦੇ ਦੂੰਗਾ। ਉਹ ਸਾਰੇ PDF ਨੋਟਸ ਜਿਹੜੇ ਆ ਤੁਸੀਂ ਆਪਣੇ ਕੰਪਿਊਟਰ 'ਚ ਜਾਂ ਆਪਣੇ ਲੈਬ ਦੇ ਵਿੱਚ, ਆਪਣੇ ਟੈਬ ਦੇ ਵਿੱਚ ਰੱਖ ਲਿਓ, ਤਾਂ ਉੱਥੋਂ ਉਹਨੂੰ ਪੜ੍ਹ ਸਕਦੇ ਹੋ ਤੁਸੀਂ ਈਜ਼ੀਲੀ। ਇਸ ਤਰ੍ਹਾਂ ਇਹ ਤੁਹਾਡੀ ਸਟੱਡੀ ਵੀ ਨਾਲ ਚੱਲਦੀ ਰਹੂਗੀ। ਥੈਂਕ ਯੂ।